फिर भी ਆਪਾਂ ਕਾਫੀ ਕਵਰ ਕਰ ਲੈਣਾ ਉਹਦੇ ਵਿੱਚ ਵੀ। ਸੋ ਆਓ ਅਸੀਂ 8ਵਾਂ ਭਾਵ ਅਸੀਂ ਪਿੱਛੇ ਦੇਖ ਚੁੱਕੇ ਹਾਂ ਕਿ ਆਈ ਦੇ ਵਿੱਚ ਉਹਨਾਂ ਦੀ ਹਾਰ ਹੋਈ ਆ ਔਰ ਪ੍ਰਭੂ ਦੇ ਲੋਕਾਂ ਦੇ ਵਿੱਚ ਪਾਪ ਆ। ਪ੍ਰਭੂ ਨੇ ਆਪਣੇ ਲੋਕਾਂ ਨੂੰ ਦੇ ਉਸ ਪਾਪ ਨੂੰ ਲਭਾ ਕੇ ਉਸ ਨੂੰ ਸਜ਼ਾ ਦਵਾਈ ਆ। ਉਸਦੇ ਆਪਣੇ ਲੋਕਾਂ ਦੇ ਦਿਮਾਗ ਤੇ ਚੀਜ਼ ਚੜ ਗਈ ਸੀ ਕਿ ਅਸੀਂ ਜਿੱਤਾਂ ਪ੍ਰਾਪਤ ਕਰਦੇ ਪਏ, ਲੇਕਿਨ ਪ੍ਰਭੂ ਨੇ ਦਿਖਾਇਆ ਕਿ ਨਹੀਂ, ਜਿੱਤ ਤੁਹਾਨੂੰ ਮੈਂ ਦੇ ਰਿਹਾ, ਤੁਸੀਂ ਮੇਰੇ ਕਾਰਨ ਜਿੱਤਦੇ ਪਏ, ਮੈਂ ਜੰਗ ਜਿੱਤਾਂ ਪਿਆ। ਸੋ ਤੁਸੀਂ ਜਿਹੜੇ ਇੱਕ ਜਿੱਤ ਨੂੰ ਪ੍ਰਾਪਤ ਕਰਕੇ ਇਹ ਕਹਿਣ ਲੱਗ ਪਏ ਕਿ 300 ਬੰਦਾ ਘੱਲ ਦੇ, ਉਹ ਏਡੀ ਵੱਡੀ ਗੱਲ ਨਹੀਂ, ਤੁਸੀਂ ਜਾਣਦੇ ਨਹੀਂ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ। ਸੋ ਆਓ ਹੁਣ ਅਸੀਂ 8ਵੇਂ ਭਾਵ ਦੇ ਵਿੱਚ ਚੱਲੀਏ। 8ਵੇਂ ਭਾਵ ਦੇ ਵਿੱਚ ਅਸੀਂ ਇਸ ਦੀਆਂ ਪਹਿਲੀਆਂ 29 ਆਇਤਾਂ ਇਹਦੀਆਂ ਉਹ ਦੇਖ ਲੈਂਦੇ ਹਾਂ। ਜਿਸ ਨੂੰ मैं पढ़ दिया पास्टर जी। जी मेरा भैया। सफा हैगा 316 पुराने नेम दा। आई नगर ते जित अते उसदा नाश। प्रभु ने योशा नूं कहा, तू ना डर अते ना ही घबरा, सगों तू अपने लड़ाकू लैके आई नगर ते चढ़ाई कर। आई दे राजा नूं उसदे लोकां अते धरती समेत मैं तेरे हथीं सौंप दिता। तू आई नगर अते उथों दे राजा नाल यरीहो अते उसदे राजा वाला ही हाल करना। तुसी उथों दी सारी लुट दा माल अते जानवर अपने लई रख लेना। हुण तुसी आई नगर ते हल्ला करन लई तैयार होवो। सो यहोशा अपने लड़ाकू आदमियां नाल आई ते हल्ला बोलण लई तैयार हो गया। उसने 30,000 चोणवें ताकतवर आदमी चुन के रात वेले उन्हां नूं आई वल घल्लिया। उसने उन्हां नूं यह हुक्म दिता, तुसीं जाके नगर दे पिछले पासे वल लुक जावो, पर आई नगर तो अधिक दूर ना जाना अते बिल्कुल चौकस रहना। मैं अते मेरे नाल जो आदमी हन असीं सामने पासियों नगर ते चढ़ाई करांगे, पर जदों आई नगर दे लोग साडा टाकरा करन दे लई निकलणगे तां असीं उन्हां दे सामने पहले दी तरह नੱਠ उठांगे। तदों साडा पिछा करनगे, वो सोचणगे कि असीं उन्हां तो डरदे पहले दी तरह नੱਠ रहे हां। पर तुसीं पिछले पासियों उठ के नगर ते हल्ला बोल के उस नूं अपने काबू विच कर लेना। प्रभु तुहाडा परमेश्वर उस नूं तुहाडे हथीं सौंप देवेगा। तुसीं नगर ते काबू पाउंदियां ही उस नूं प्रभु दी आग्या अनुसार अग ला देना। मेरा तुहानूं यही हुक्म है। सो योशुआ ने उन्हां नूं उस रात घल्लिया अते ਉਹ ਜਾ ਕੇ ਨਗਰ ਦੇ ਪੱਛਮ ਵਿੱਚ ਬੈਤੇਲ ਅਤੇ ਆਈ ਦੇ ਵਿਚਕਾਰ ਲੁਕ ਗਏ। ਆਪ ਉਹ ਰਾਤ ਡੇਰਿਆਂ ਵਿੱਚ ਹੀ ਰਿਹਾ। ਅਗਲੀ ਸਵੇਰੇ ਯਹੋਸ਼ੁਆ ਨੇ ਉੱਠ ਕੇ ਆਪਣੇ ਸਾਰੇ ਲੜਾਕੂ ਆਦਮੀਆਂ ਨੂੰ ਇਕੱਠਿਆ ਕੀਤਾ ਅਤੇ ਇਸਰਾਇਲੀ ਆਗੂਆਂ ਦੇ ਨਾਲ ਉਹ ਆਈ ਨਗਰ ਵੱਲ ਗਿਆ। ਉਹ ਸਭ ਨਗਰ ਦੇ ਵੱਡੇ ਸਾਹਮਣੇ ਦੇ ਫਾਟਕ ਵੱਲ ਗਏ ਅਤੇ ਉਹ ਉਸ ਦੇ ਉੱਤਰ ਵੱਲ ਇੱਕ ਥਾਂ ਹੱਲਾ ਬੋਲਣ ਦੇ ਲਈ ਇਕੱਠੇ ਹੋ ਗਏ। ਉਹਨਾਂ ਦੇ ਅਤੇ ਆਈ ਨਗਰ ਦੇ ਵਿਚਕਾਰ ਇੱਕ ਵਾਦੀ ਸੀ। ਯਹੋਸ਼ੁਆ ਨੇ ਆਪਣੇ ਆਦਮੀਆਂ ਵਿੱਚੋਂ ਕੋਈ 5,000 ਨੂੰ ਲੈ ਕੇ ਪੱਛਮ ਦੀ ਵੱਲ ਬੈਤੇਲ ਅਤੇ ਆਈ ਦੇ ਵਿਚਕਾਰ ਲੁਕਾ ਦਿੱਤਾ। ਇਸ ਤਰ੍ਹਾਂ ਉਸਨੇ ਆਪਣੇ ਆਦਮੀਆਂ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਦਲ ਨਗਰ ਦੇ ਉੱਤਰ ਵਿੱਚ ਸੀ ਅਤੇ ਦੂਜਾ ਪੱਛਮ ਵਿੱਚ ਲੁਕ ਕੇ ਬੈਠਾ ਸੀ। ਯਹੋਸ਼ੁਆ ਆਪ ਉਸ ਰਾਤ ਵਾਦੀ ਦੇ ਵਿੱਚ ਹੀ ਰਿਹਾ। ਦੂਜੇ ਪਾਸੇ ਜਦੋਂ ਆਈ ਦੇ ਰਾਜਾ ਨੇ ਦੇਖਿਆ ਤਾਂ ਉਸਨੇ ਤੁਰੰਤ ਆਪਣੇ ਨਗਰ ਦੇ ਸਭ ਆਦਮੀ ਇਕੱਠੇ ਕੀਤੇ ਅਤੇ ਪਹਿਲੀ ਥਾਂ ਆਰਾਬਾ ਦੀ ਵੱਲ ਇਸਰਾਇਲੀਆਂ ਦੇ ਨਾਲ ਲੜਨ ਲਈ ਗਏ। ਪਰ ਉਹ ਜਾਣਦੇ ਨਹੀਂ ਸਨ ਕਿ ਉਹਨਾਂ ਉੱਤੇ ਨਗਰ ਦੇ ਪਿਛਲੇ ਪਾਸਿਓਂ ਵੀ ਹੱਲਾ ਹੋਣ ਵਾਲਾ ਹੈ। ਤਦ ਯਹੋਸ਼ੁਆ ਅਤੇ ਉਸਦੇ ਆਦਮੀ ਦਿਖਾਵੇ ਦੇ ਲਈ ਆਈ ਦੇ ਲੋਕਾਂ ਅੱਗੋਂ ਉਜਾੜ ਦੀ ਵੱਲ ਨੱਠਣ ਲੱਗੇ। ਉਹਨਾਂ ਦੇ ਪਿੱਛੇ ਪਿੱਛੇ ਆਈ ਦੇ ਸਭ ਲੋਕ ਗਏ ਅਤੇ ਉਹ ਇਸ ਤਰ੍ਹਾਂ ਆਪਣੇ ਨਗਰ ਤੋਂ ਦੂਰ ਨਿਕਲ ਗਏ। ਪਿੱਛੋਂ ਆਈ ਵਿੱਚ ਕੋਈ ਆਦਮੀ ਵੀ ਨਾ ਰਿਹਾ, ਕਿਉਂਕਿ ਉਹ ਸਭ ਇਸਰਾਇਲੀਆਂ ਦੇ ਪਿੱਛੇ ਚਲੇ ਗਏ ਸਨ। ਤਦ ਪ੍ਰਭੂ ਨੇ ਯਹੋਸ਼ੁਆ ਨੂੰ ਕਿਹਾ, ਤੂੰ ਆਪਣੇ ਹੱਥ ਵਿਚਲਾ ਨੇਜਾ ਆਈ ਨਗਰ ਦੀ ਵੱਲ ਉੱਚਾ ਕਰ, ਮੈਂ ਇਹ ਨਗਰ ਤੇਰੇ ਹੱਥੀਂ ਸੌਂਪ ਰਿਹਾ ਹਾਂ। ਯਹੋਸ਼ੁਆ ਦੇ ਹੱਥ ਉਤਾਂਹ ਚੁੱਕਦਿਆਂ ਹੀ ਨਗਰ ਦੇ ਪਿਛਲੇ ਪਾਸੇ ਲੁਕੇ ਆਦਮੀਆਂ ਨੇ ਆਈ ਤੇ ਹੱਲਾ ਬੋਲ ਕੇ ਆਪਣੇ ਅਧਿਕਾਰ ਵਿੱਚ ਕਰ ਲਿਆ। ਉਹਨਾਂ ਪੂਰੇ ਨਗਰ ਨੂੰ ਅੱਗ ਲਾ ਦਿੱਤੀ। ਜਦੋਂ ਆਈ ਦੇ ਲੋਕਾਂ ਨੇ ਆਪਣੇ ਨਗਰ ਨੂੰ ਅੱਗ ਲੱਗੀ ਦੇਖੀ
ਤਾਂ ਉਹ ਘਬਰਾ ਗਏ। ਉਹ ਹੁਣ ਨਾ ਪਿਛਲੇ ਪਾਸੇ ਨੱਠ ਸਕਦੇ ਸਨ ਅਤੇ ਨਾ ਅਗਲੇ, ਕਿਉਂਕਿ ਅਗਲੇ ਪਾਸਿਓਂ ਵੀ ਯਹੋਸ਼ੁਆ ਦੇ ਆਦਮੀ ਜੋ ਉਜਾੜ ਵੱਲ ਨੱਠ ਗਏ ਸਨ, ਹੁਣ ਪਿੱਛੇ ਮੁੜ ਕੇ ਆਈ ਦੇ ਲੋਕਾਂ ਤੇ ਹੱਲਾ ਬੋਲ ਰਹੇ ਸਨ। ਸੋ ਜਦੋਂ ਯਹੋਸ਼ੁਆ ਦੇ ਨਾਲ ਦੇ ਆਦਮੀਆਂ ਨੇ ਦੇਖਿਆ ਕਿ ਆਈ ਨਗਰ ਤੇ ਉਹਨਾਂ ਨੇ ਅਧਿਕਾਰ ਕਰਕੇ ਉਸ ਨੂੰ ਅੱਗ ਲਾ ਦਿੱਤੀ ਹੈ, ਤਾਂ ਉਹ ਪਿਛਾਂ ਮੁੜ ਕੇ ਆਈ ਦੇ ਲੋਕਾਂ ਨੂੰ ਮਾਰਨ ਲੱਗੇ। ਦੂਜੇ ਪਾਸੇ ਸ਼ਹਿਰ ਵੱਲੋਂ ਇਸਰਾਏਲੀ ਆਦਮੀਆਂ ਨੇ ਆਈ ਦੇ ਲੋਕਾਂ ਤੇ ਹੱਲਾ ਬੋਲ ਦਿੱਤਾ, ਸੋ ਆਈ ਦੇ ਲੋਕ ਸਭ ਪਾਸਿਓਂ ਘਿਰ ਗਏ ਸਨ। ਇਸ ਘੇਰੇ ਕਾਰਨ ਆਈ ਦੇ ਸਭ ਆਦਮੀ ਮਾਰੇ ਗਏ, ਪਰ ਆਈ ਦਾ ਰਾਜਾ ਜਿਉਂਦਾ ਹੀ ਫੜਿਆ ਗਿਆ ਸੀ, ਜਿਸ ਨੂੰ ਉਹਨਾਂ ਯਹੋਸ਼ੁਆ ਦੇ ਸਾਹਮਣੇ ਪੇਸ਼ ਕੀਤਾ। ਸੋ ਇਸਰਾਏਲੀ ਆਦਮੀਆਂ ਨੇ ਆਈ ਨਗਰ ਦੇ ਸਭ ਆਦਮੀਆਂ ਨੂੰ ਉਜਾੜ ਵਿੱਚ ਮਾਰ ਦਿੱਤਾ। ਫਿਰ ਉਹਨਾਂ ਨੇ ਨਗਰ ਦੇ ਅੰਦਰ ਜਾ ਕੇ ਬਾਕੀ ਦੇ ਲੋਕਾਂ ਨੂੰ ਵੀ ਕਤਲ ਕਰ ਦਿੱਤਾ। ਉਸ ਦਿਨ ਆਈ ਦੇ ਆਦਮੀ ਅਤੇ ਔਰਤਾਂ ਜੋ ਮਾਰੇ ਗਏ ਸਨ, ਉਹਨਾਂ ਦੀ ਕੁੱਲ ਗਿਣਤੀ 12,000 ਸੀ। ਯਹੋਸ਼ੁਆ ਦਾ ਹੱਥ ਆਈ ਵੱਲ ਉਸ ਸਮੇਂ ਤੱਕ ਅੱਗੇ ਵਧਿਆ ਰਿਹਾ ਜਦੋਂ ਤੱਕ ਆਈ ਦੇ ਸਾਰੇ ਲੋਕ ਮਾਰੇ ਨਾ ਗਏ। ਪਰ ਪ੍ਰਭੂ ਦੀ ਆਗਿਆ ਅਨੁਸਾਰ ਇਸਰਾਏਲੀਆਂ ਨੇ ਆਈ ਦੇ ਸਭ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਪਿੱਛੇ ਰੱਖ ਲਿਆ ਸੀ। ਇਹ ਆਗਿਆ ਉਹਨਾਂ ਨੂੰ ਯਹੋਸ਼ੁਆ ਦੇ ਦੁਆਰਾ ਮਿਲੀ ਸੀ। ਤਦ ਯਹੋਸ਼ੁਆ ਨੇ ਆਈ ਨਗਰ ਨੂੰ ਅੱਗ ਨਾਲ ਭਸਮ ਕਰ ਦਿੱਤਾ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਉਜਾੜ ਦਿੱਤਾ, ਜੋ ਅੱਜ ਵੀ ਇਸੇ ਹਾਲਤ ਵਿੱਚ ਹੈ। ਉਸਨੇ ਉੱਥੋਂ ਦੇ ਰਾਜਾ ਨੂੰ ਇੱਕ ਰੁੱਖ ਉੱਤੇ ਟੰਗ ਦਿੱਤਾ, ਜੋ ਤਰਕਾਲਾਂ ਤੱਕ ਉਸ ਉੱਤੇ ਟੰਗਿਆ ਰਿਹਾ। ਤਰਕਾਲਾਂ ਵੇਲੇ ਯਹੋਸ਼ੁਆ ਦਾ ਹੁਕਮ ਅਨੁਸਾਰ ਰਾਜਾ ਦੇ ਮੁਰਦਾ ਸਰੀਰ ਨੂੰ ਰੁੱਖ ਤੋਂ ਲਾਹ ਕੇ ਨਗਰ ਦੇ ਫਾਟਕ ਵਿੱਚ ਸੁੱਟ ਦਿੱਤਾ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਢੇਰ ਲਾ ਦਿੱਤਾ, ਜੋ ਅੱਜ ਵੀ ਉੱਥੇ ਹੈ। ਇਹ ਬਾਲ ਪਹਾੜ ਤੇ ਵਿਵਸਥਾ ਦਾ ਪੜ੍ਹੇ ਜਾਣਾ। ਤਦ ਯਹੋਸ਼ੁਆ ਇੱਥੇ ਤਾਂ ਠੀਕ ਆ, ਇਸ ਨੂੰ ਅਸੀਂ ਦੁਬਾਰਾ ਦੇਖਦੇ ਹਾਂ। ਓਕੇ ਜੀ, ਇੱਥੇ ਅਸੀਂ ਦੇਖਦੇ ਬੜੇ ਸੁਣੇ ਜਾਣ ਤੇ ਸਾਰਿਆਂ ਨੂੰ ਬਰਕਤ ਮਿਲੇ। ਥੈਂਕ ਯੂ ਬ੍ਰਦਰ ਜੀ। ਪ੍ਰਭੂ ਦੇ ਵਚਨ ਦੇ ਵਿੱਚ ਜਿਹੜਾ ਹਿੱਸਾ ਅਸੀਂ ਪੜ੍ਹ ਕੇ ਹਟੇ ਹਾਂ, ਇਹਦੇ ਵਿੱਚ ਸਾਨੂੰ ਦਿਖਦਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ, ਕਿਸ ਤਰ੍ਹਾਂ ਔਰਤਾਂ ਔਰ ਉਹਨਾਂ ਦੀ ਜਿਹੜੇ ਉਹਨਾਂ ਦੇ ਸੇਵਕ ਆ, ਜੋ ਕੁਛ ਉਸ ਨਗਰ ਦੇ ਵਿੱਚ ਉਹਨਾਂ ਸਾਰਿਆਂ ਨੂੰ ਮਾਰਿਆ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਨੂੰ ਬੜਾ ਦੁੱਖ ਲੱਗਦਾ ਕਿ ਇਨਸਾਨ ਜਾਤ ਦਾ ਘਾਤ ਹੋ ਰਿਹਾ। ਲੇਕਿਨ ਸਾਨੂੰ ਦੂਸਰੇ ਪਾਸੇ ਇਸ ਚੀਜ਼ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਪ੍ਰਭੂ ਨੇ ਇਹਨਾਂ ਨੂੰ 470 ਸਾਲ ਦਿੱਤੇ ਆ। 470 ਸਾਲ ਇਹਨਾਂ ਨੂੰ ਮਿਲੇ ਆ ਬੋਨਸ ਦੇ ਵਿੱਚ ਕਿ ਤੁਸੀਂ ਪ੍ਰਭੂ ਦੇ ਵੱਲ ਮੁੜੋ। ਅਗਰ ਨਹੀਂ ਵੀ ਮੁੜਨਾ ਤਾਂ ਜਿਹੜੇ ਕੰਮ ਤੁਸੀਂ ਕਰਦੇ ਆ ਉਹ ਨਾ ਕਰੋ। ਇਹ ਉਹ ਲੋਕ ਸੀ ਜਿਨ੍ਹਾਂ ਨੇ, ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ, ਇਹਨਾਂ ਨੇ ਬੁਰੀਆਂ ਆਤਮਾਵਾਂ ਨੂੰ ਖੁਸ਼ ਕਰਨ ਦੇ ਲਈ ਲੋਕਾਂ ਦੇ ਬੱਚੇ ਮਾਰੇ, ਉਹਨਾਂ ਦੀਆਂ ਬਲੀਆਂ ਦਿੱਤੀਆਂ, ਮੰਦਿਰ ਦੇ ਖਜ਼ਾਨੇ ਭਰਨ ਦੇ ਲਈ ਆਪਣੀਆਂ ਧੀਆਂ ਨੂੰ ਉੱਥੇ ਵੈਸ਼ਵਾਗਿਰੀ ਕਰਾਈ। ਔਰ ਇਹਨਾਂ ਦਾ ਜਿਹੜਾ ਪਾਪ ਦਾ ਪਿਆਲਾ ਸੀ ਉਹ ਨੱਕੋ ਨੱਕ ਭਰਿਆ ਪਿਆ ਸੀ। ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਵੀ ਪਿੱਛੇ ਨਹੀਂ ਮੁੜੇ। ਇਹਨਾਂ ਨੂੰ ਪਤਾ ਸੀ, ਕਿਉਂਕਿ ਦੋ ਹੀ ਤਾਂ ਵੱਡੇ ਰਾਜ ਸੀਗੇ ਉਸ ਸਮੇਂ। ਇੱਕ ਉਧਰਲੇ ਪਾਸੇ ਮਿਸਰ ਜਿਹੜਾ ਸੀਗਾ ਉਹ ਸਭ ਤੋਂ ਵੱਡਾ ਦੇਸ਼ ਸੀਗਾ, ਉਸਦਾ ਪ੍ਰਭਾਵ ਬਹੁਤ ਦੂਰ ਤੱਕ ਸੀਗਾ। ਔਰ ਦੂਸਰੇ ਪਾਸੇ ਜੇ ਅਸੀਂ ਦੇਖ ਲਈਏ ਤਾਂ ਇਰਾਕ, ਈਰਾਨ ਦੇ ਵਿੱਚ ਇਲਾਕਿਆਂ ਨੂੰ ਦੇਖ ਲਈਏ ਤੇ ਉਹ ਬਾਬਲ ਦਾ ਜਿਹੜਾ ਇਲਾਕਾ ਸੀ, ਦੂਸਰਾ ਵੱਡਾ ਰਾਜਾ ਉੱਧਰ ਸੀ। ਔਰ ਸਾਰਿਆਂ ਦੀਆਂ ਇੱਕ ਦੂਜੇ ਵਿੱਚ ਸੰਧੀਆਂ ਹੋਈਆਂ ਸੀ। ਸਾਰਿਆਂ ਨੂੰ ਪਤਾ ਸੀ ਕਿ ਕੀ ਹੁੰਦਾ ਪਿਆ, ਕੀ ਨਹੀਂ ਹੁੰਦਾ ਪਿਆ। ਇਹ ਸਾਰਾ ਇਲਾਕਾ ਜਿਹੜਾ ਸੀ ਉਹ ਮਿਸਰ ਦੇ ਰਾਜਾ ਦੇ ਅਧੀਨ ਆਉਂਦਾ ਸੀ। ਇਹ ਮਿਸਰ ਦੇ ਰਾਜਾ ਦੀ ਇਹਨਾਂ ਰਾਜਿਆਂ ਦੇ ਨਾਲ ਸੰਧੀਆਂ ਹੋਈਆਂ ਸੀ। ਲੇਕਿਨ ਪ੍ਰਭੂ ਨੇ, ਕਿਉਂਕਿ ਮਿਸਰ ਦੇ ਰਾਜ ਨੂੰ ਸਭ ਤੋਂ ਪਹਿਲਾਂ ਸ਼ਿਕਸਤ ਦਿੱਤੀ, ਉਸਦੇ ਜਿਹੜੇ ਯੋਧੇ ਸੀਗੇ ਉਹ ਸਾਰੇ ਦੇ ਸਾਰੇ ਹਾਲੇ ਵੀ ਸਮੁੰਦਰ ਦੇ ਵਿੱਚ ਉਹਨਾਂ ਦੀਆਂ ਹੱਡੀਆਂ ਪਈਆਂ ਹੈ ਕਿਤੇ। ਲੇਕਿਨ ਅਗਰ ਅਸੀਂ ਦੂਸਰੇ ਪਾਸੇ ਦੇਖੀਏ ਕਿ ਉਹਦਾ ਵੀ ਉਧਰਲੇ ਪਾਸਿਓਂ ਹੌਸਲਾ ਨਹੀਂ ਹੋਇਆ। ਹੁਣ ਜਿਸ ਲਈ ਅਸੀਂ ਇਹਨਾਂ ਨੂੰ ਦੇਖਦੇ ਹਾਂ ਤੇ ਪ੍ਰਭੂ ਨੇ ਬਾਰ-ਬਾਰ ਇਹਨਾਂ ਦੇ ਕੋਲ ਸੰਦੇਸ਼ਵਾਹਕ
ਘੱਲਿਆ। ਇਹਨਾਂ ਨੂੰ ਪਤਾ ਆ ਕਿ ਕਿਸ ਤਰ੍ਹਾਂ ਪ੍ਰਭੂ ਨੇ ਇਜ਼ਰਾਈਲੀਆਂ ਦਾ ਛੁਟਕਾਰਾ ਕੀਤਾ। ਇਹਨਾਂ ਨੂੰ ਸਾਰੀਆਂ ਉਹਨਾਂ ਚੀਜ਼ਾਂ ਦਾ ਪਤਾ। ਜੇ ਜੈਰੀਕੋ ਦੇ ਵਿੱਚ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ, ਯਰੀਹੋ ਨਗਰ ਦੇ ਵਿੱਚ ਪਤਾ, ਤੇ ਉਹ ਸਾਰੇ ਇਲਾਕੇ ਦੇ ਵਿੱਚ ਉਹ ਚੀਜ਼ਾਂ ਫੈਲ ਚੁੱਕੀਆਂ। ਪਾਪ ਜਿਹੜਾ ਇਹਨਾਂ ਦੇ ਵਿੱਚ ਆਕਾਨ ਨੇ ਜਿਹੜਾ ਪਾਪ ਕੀਤਾ ਸੀ ਉਹਦੇ ਕਰਕੇ, ਔਰ ਦੂਸਰਾ ਉਹਨਾਂ ਦਾ ਆਪਣੇ ਘਮੰਡ ਤੇ ਕਰਕੇ ਜਿਹੜਾ ਆਈ ਨਗਰ ਦੇ ਵਿੱਚ ਉਹਨਾਂ ਦੀ ਹਾਰ ਹੋਈ ਸੀ। ਔਰ ਆਈ ਦੇ ਰਾਜੇ ਨੇ ਬੇਸਿਕਲੀ ਸਾਰੇ ਆਲੇ ਦੁਆਲੇ ਰਾਜਿਆਂ ਨੂੰ ਖਬਰ ਕਰ ਦਿੱਤੀ ਸੀ ਵੀ ਕੋਈ ਗੱਲ ਨਹੀਂ, ਕੋਈ ਖਾਸ ਗੱਲ ਨਹੀਂ ਹੈ, ਅਸੀਂ ਸਾਂਭ ਲੈਣਾ ਹੈ, ਇੱਥੋਂ ਗਾਂ ਨਹੀਂ ਅਸੀਂ ਜਾਣ ਦਿੰਦੇ। ਕਿਉਂਕਿ ਅਸੀਂ ਗਾਂ ਜਾ ਕੇ ਦੇਖਣਾ ਕਿ ਜਿਹੜਾ ਆਈ ਦਾ ਨਗਰ ਆ ਉਹ ਬੇਸਿਕਲੀ ਮੇਨ ਦਰਵਾਜ਼ਾ ਆ ਇੱਕ ਤਰ੍ਹਾਂ ਦਾ ਸਾਰੀਆਂ ਚੀਜ਼ਾਂ ਦੇ ਲਈ। ਸੋ ਇਹ ਜਿਸ ਵੇਲੇ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਰਹਿਣ ਨਹੀਂ ਦੇਣਾ, ਕਿਉਂਕਿ ਉਹਨਾਂ ਨੇ ਵੀ ਪ੍ਰਭੂ ਦਾ ਕੋਈ ਬੰਦਾ ਰਹਿਣ ਨਹੀਂ ਦਿੱਤਾ ਉੱਥੇ। ਉਹਨਾਂ ਨੇ ਵੀ ਕੋਈ ਪ੍ਰਭੂ ਦਾ ਬੰਦਾ ਉੱਥੇ ਰਹਿਣ ਨਹੀਂ ਦਿੱਤਾ ਜਿਸ ਨੂੰ ਉਹਨਾਂ ਨੇ ਖਤਮ ਨਹੀਂ ਕਰ ਦਿੱਤਾ। ਕਿਤੇ ਕਿਤੇ ਇੱਕ ਅੱਧਾ ਕੁ ਵਿਚਾਰਾ ਲੁਕ ਲਾ ਕੇ ਕਿਤੇ ਬੈਠਾ ਆ, ਉਹ ਸਿਰਫ ਉਹਦੇ ਕੋਲ ਉਸੇ ਵੇਲੇ ਜਾਂਦੇ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਪ੍ਰਭੂ ਤੋਂ ਦੁਆ ਕਰਵਾਉਣ ਦੀ। ਅਦਰ ਦੈਨ ਦੈਟ ਉਹ ਆਪਣੀਆਂ ਚੀਜ਼ਾਂ ਦੇ ਵਿੱਚ ਖੁਸ਼ ਰਹਿੰਦੇ ਆ, ਮਸਤ ਰਹਿੰਦੇ। ਸੋ ਅਖੀਰ ਪ੍ਰਭੂ ਦੀ ਸਜ਼ਾ ਉਹਨਾਂ ਦੇ ਉੱਤੇ ਆਈ ਔਰ ਪ੍ਰਭੂ ਨੇ ਆਈ ਨਗਰ ਨੂੰ ਉਹਨਾਂ ਦੇ ਹੱਥੀਂ ਦੇ ਦਿੱਤਾ। ਹੁਣ ਕਿਉਂਕਿ ਉਹਨਾਂ ਦੀਆਂ ਜਿੱਤਾਂ ਸ਼ੁਰੂ ਹੋ ਗਈਆਂ, ਹੁਣ ਬੈਤੇਲ ਨਗਰ ਦੇ ਵਿੱਚ ਇੱਕ ਵਾਰ ਫਿਰ ਪ੍ਰਭੂ ਦੀ ਵਿਵਸਥਾ ਪੜ੍ਹੀ ਜਾਣੀ। ਏਬਾਲ ਪਹਾੜ ਦੇ ਉੱਤੇ ਉਹਨਾਂ ਨੇ ਪ੍ਰਭੂ ਦੀ ਵਿਵਸਥਾ ਨੂੰ ਇੱਕ ਵਾਰ ਦੁਬਾਰਾ ਪੜ੍ਹਨਾ। ਸੋ ਆਓ ਅਸੀਂ 30 ਆਇਤ ਤੋਂ ਲੈ ਕੇ ਇਸ ਨੂੰ 35 ਆਇਤ ਤੱਕ ਦੇਖੀਏ। ਜਿਸ ਨੂੰ ਮਿਲ ਜਾਏ ਸੋ ਇਸ ਨੂੰ ਪੜ੍ਹ ਲਓ। ਮੈਂ ਪੜ੍ਹਦੀ ਬਸ ਜੀ। ਏਬਾਲ ਪਹਾੜ ਤੇ ਵਿਵਸਥਾ ਦਾ ਪੜ੍ਹੇ ਜਾਣਾ। ਤਬ ਯਹੋਸ਼ੂਆ ਨੇ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਲਈ ਇੱਕ ਵੇਦੀ ਏਬਾਲ ਪਹਾੜ ਉੱਤੇ ਬਣਾਈ। ਇਹ ਵੇਦੀ ਮੂਸਾ ਦੀ ਆਗਿਆ ਅਨੁਸਾਰ ਅਤੇ ਵਿਵਸਥਾ ਦੀ ਪੁਸਤਕ ਵਿੱਚ ਲਿਖੇ ਅਨੁਸਾਰ ਅਣਘੜੇ ਪੱਥਰਾਂ ਦੀ, ਜਿਸ ਤੇ ਕੋਈ ਸੰਦ ਨਹੀਂ ਲਾਇਆ ਗਿਆ, ਬਣਾਈ ਗਈ ਸੀ। ਉਹਨਾਂ ਨੇ ਉਸ ਵੇਦੀ ਉੱਤੇ ਹੋਮ ਅਤੇ ਮੇਲ ਦੀਆਂ ਬਲੀਆਂ ਪ੍ਰਭੂ ਦੇ ਸਾਹਮਣੇ ਚੜਾਈਆਂ। ਯਹੋਸ਼ੂਆ ਨੇ ਉੱਥੇ ਲੋਕਾਂ ਦੇ ਸਾਹਮਣੇ ਹੀ ਮੂਸਾ ਦੁਆਰਾ ਲਿਖੀ ਵਿਵਸਥਾ ਨੂੰ ਪੱਥਰਾਂ ਉੱਤੇ ਲਿਖਿਆ। ਉੱਥੇ ਉਸ ਵੇਲੇ ਸਭ ਇਜ਼ਰਾਈਲੀ ਅਫਸਰ, ਨਿਆਂਕਰਤਾ, ਆਦਮੀ, ਔਰਤਾਂ, ਬੱਚੇ ਅਤੇ ਉਹਨਾਂ ਨਾਲ ਰਹਿ ਰਹੇ ਪਰਦੇਸੀ ਲੋਕ ਪੁਰੋਹਿਤਾਂ ਦੇ ਸਾਹਮਣੇ ਪ੍ਰਭੂ ਦੇ ਨੇਮ ਦੇ ਸੰਦੂਕ ਦੇ ਦੂਜੇ ਪਾਸੇ ਖੜੇ ਹੋਏ। ਅੱਧੇ ਉਹਨਾਂ ਵਿੱਚੋਂ ਗਰਜੀਮ ਪਹਾੜ ਵੱਲ ਮੂੰਹ ਕਰਕੇ ਖੜੇ ਹੋਏ ਤੇ ਅੱਧੇ ਏਬਾਲ ਪਹਾੜੀ ਵੱਲ। ਇਹ ਸਭ ਉਹਨਾਂ ਨੇ ਮੂਸਾ ਦੀ ਆਗਿਆ ਅਨੁਸਾਰ ਕੀਤਾ ਸੀ, ਜੋ ਉਸ ਨੇ ਉਹਨਾਂ ਨੂੰ ਸੀਸ ਦੇਣ ਦੇ ਸੰਬੰਧ ਵਿੱਚ ਕਿਹਾ ਸੀ। ਇਸ ਦੇ ਪਿੱਛੋਂ ਯਹੋਸ਼ੂਆ ਨੇ ਵਿਵਸਥਾ ਦੀ ਪੁਸਤਕ ਵਿੱਚੋਂ ਸਭ ਅਸੀਸਾਂ ਅਤੇ ਸਰਾਪ ਲੋਕਾਂ ਦੇ ਸਾਹਮਣੇ ਪੜ੍ਹੇ। ਯਹੋਸ਼ੂਆ ਨੇ ਮੂਸਾ ਦੀ ਆਗਿਆ ਦਾ ਇੱਕ ਸ਼ਬਦ ਇਜ਼ਰਾਈਲੀ ਪੂਰੀ ਸੰਗਤ ਦੇ ਸਾਹਮਣੇ ਪੜ੍ਹਿਆ। ਉਸ ਸਮੇਂ ਉੱਥੇ ਇਜ਼ਰਾਈਲ ਦੇ ਸਭ ਆਦਮੀ, ਔਰਤਾਂ, ਬੱਚੇ ਅਤੇ ਉਹਨਾਂ ਨਾਲ ਰਹਿ ਰਹੇ ਪਰਦੇਸੀ ਲੋਕ ਹਾਜ਼ਰ ਸਨ। ਆਮੀਨ। ਸੋ ਇੱਥੇ ਮੂਸਾ ਨੇ ਇਹਨਾਂ ਨੂੰ ਹੁਕਮ ਦਿੱਤਾ ਸੀ ਕਿ ਜਿਸ ਵੇਲੇ ਤੁਸੀਂ ਜਿੱਤਾਂ ਪ੍ਰਾਪਤ ਕਰਦੇ ਏਬਾਲ ਦੇ ਪਹਾੜ ਤੱਕ ਪਹੁੰਚ ਜਾਓ ਤੇ ਉੱਥੇ ਤੁਸੀਂ ਇਹ ਕੰਮ ਕਰਨੇ। ਸੋ ਅਗਰ ਅਸੀਂ ਵਿਵਸਥਾ ਸਾਰ ਦਾ ਜਿਹੜਾ 27ਵਾਂ 28ਵਾਂ ਚੈਪਟਰ ਅਸੀਂ ਪੜ੍ਹ ਹਟੇ ਹਾਂ, ਤਾਂ ਉਸੇ ਤਰ੍ਹਾਂ ਅਸੀਂ ਅਗਰ ਦੇਖੀਏ 27ਵੇਂ ਚੈਪਟਰ ਚ ਪਿੱਛੇ ਆਈਏ 287 ਪੰਨਾ, ਔਰ ਇਹ ਚੈਪਟਰ ਉਹ ਆ ਜਿਹੜਾ ਮੂਸਾ ਦੇ ਬੇਸਿਕਲੀ ਮੂਸਾ ਦੇ ਮਰਨ ਤੋਂ 1 ਮਹੀਨਾ ਪਹਿਲਾਂ ਜਿਹੜੀਆਂ ਆਖਰੀ ਹਦਾਇਤਾਂ ਜਿਹੜਾ ਮੂਸਾ ਇਜ਼ਰਾਈਲ ਦੀ ਕੌਮ ਨੂੰ ਦੇ ਰਿਹਾ। ਸੋ ਅਸੀਂ ਜਿਸ ਲਈ 27ਵੇਂ ਚੈਪਟਰ ਚ ਉਹਨੇ ਇਹੋ ਹੀ ਕਿਹਾ ਸੀਗਾ ਕਿ ਸਾਰੀਆਂ ਚੀਜ਼ਾਂ ਨੂੰ ਤੂੰ ਲਿਖ ਕੇ ਔਰ ਇਹਨਾਂ ਨੂੰ ਪੱਥਰ ਦੇ ਉੱਤੇ ਲਿਖਣਾ ਤਾਂ ਕਿ ਇਹ ਹਮੇਸ਼ਾ ਇਹਨਾਂ ਦੇ ਲਈ ਸਾਹਮਣੇ ਉਹ ਬਣੀਆਂ ਰਹਿਣ। ਸੋ ਏਬਾਲ ਦੇ ਪਹਾੜ ਦੇ ਉੱਤੇ ਉਹਨਾਂ ਨੇ ਬਣਾਈਆਂ। ਫਿਰ ਉਹਨਾਂ ਨੇ ਅਗਰ ਦੇਖੀਏ ਆਪਾਂ 11ਵੀਂ ਆਇਤ ਤੋਂ ਦੇਖੀਏ, 11 ਆਇਤ ਤੋਂ ਦੇਖੀਏ ਤਾਂ ਉਹਨਾਂ ਨੇ ਫਿਰ ਸਾਰੀਆਂ ਅਵਗਿਆਕਾਰੀ ਦੀਆਂ ਸਜ਼ਾਵਾਂ ਕੀ ਆ ਪਹਿਲਾਂ ਉਹ ਪੜ੍ਹੀਆਂ। ਸੋ ਉਸ ਨੂੰ ਅਸੀਂ ਦੇਖੀਏ ਤਾਂ ਲੋਕਾਂ ਦੇ ਸਾਹਮਣੇ ਪੜ੍ਹੀਆਂ ਗਈਆਂ ਤੇ ਅਸੀਂ ਇਹ ਦੇਖਦੇ ਹੈਗੇ ਕਿ ਅੱਗੋਂ ਸਭ ਲੋਕ ਉੱਤਰ ਦੇਣ ਆਮੀਨ। ਜਿਸ ਲਈ ਅਸੀਂ 16ਵੀਂ ਆਇਤ ਜਾਣਦੇ ਹਾਂ ਕਿ ਉਸ ਮਨੁੱਖ ਉੱਤੇ ਪ੍ਰਭੂ ਦਾ ਸਰਾਪ ਹੋਵੇ ਜੋ ਆਪਣੇ ਮਾਤਾ ਜਾਂ ਪਿਤਾ ਨੂੰ ਬੇਇੱਜ਼ਤ ਕਰੇ, ਔਰ ਸਾਰੀ ਕੌਮ ਕਹੇ ਆਮੀਨ। ਸੋ ਇਸੇ ਤਰ੍ਹਾਂ ਉਹਨਾਂ ਨੂੰ ਆਗਿਆਕਾਰੀ ਦੀਆਂ ਅਸੀਸਾਂ ਚੈਪਟਰ 28ਵਾਂ ਜਿਹੜਾ ਸਾਰੇ ਦਾ ਸਾਰਾ ਚੈਪਟਰ ਉੱਥੇ ਪੜ੍ਹਿਆ ਗਿਆ। ਔਰ ਉੱਥੇ ਆਗਿਆਕਾਰੀ ਕਰਨ ਦੀਆਂ ਅਸੀਸਾਂ ਕੀ ਆ, ਉਹਨਾਂ ਨੇ ਉਹ ਪ੍ਰਭੂ ਨੂੰ ਕਿਹਾ, ਉਹਨਾਂ ਨੇ ਆਮੀਨ ਉੱਥੇ ਪ੍ਰਭੂ ਨੂੰ ਕਹਿ ਕੇ ਉਹਨਾਂ ਨੂੰ ਸਵੀਕਾਰ ਕੀਤਾ। ਹੁਣ
ਇੱਥੇ ਆਗਿਆਵਾਂ ਮਿਲਦੀਆਂ ਪਈਆਂ, ਇੱਥੇ ਆਗਿਆਵਾਂ ਪੂਰੀਆਂ ਹੁੰਦੀਆਂ ਪਈਆਂ। ਉੱਥੇ ਉਹਨਾਂ ਨੂੰ ਕਿਹਾ ਸੀ ਕਿ ਜਦ ਤੁਸੀਂ ਏਬਾਲ ਦੇ ਪਹਾੜ ਤੇ ਪਹੁੰਚ ਜਾਓ, ਯਾਨੀ ਕਿ ਮੂਸਾ ਗੱਲ ਏਦਾਂ ਕਰਦਾ ਪਿਆ ਕਿ ਜਿਸ ਤਰ੍ਹਾਂ ਜਿਹੜੇ ਰਾਹ ਦੇ ਵਿੱਚ ਜਿਹੜੇ ਬਾਕੀ ਦੇ ਦੇਸ਼ ਆ ਉਹ ਤੁਹਾਡੇ ਲਈ ਕੋਈ ਖਾਸ ਪ੍ਰੋਬਲਮ ਨਹੀਂ, ਉੱਥੇ ਪੁੱਜ ਕੇ ਤੁਸੀਂ ਇਹ ਕਰਨਾ। ਔਰ ਇਸ ਵੇਲੇ ਉੱਥੇ ਉਹ ਪਹੁੰਚ ਚੁੱਕੇ ਆ, ਔਰ ਜਿੱਦਾਂ ਉਹਨਾਂ ਨੂੰ ਹੁਕਮ ਹੋਇਆ ਉਸੇ ਤਰ੍ਹਾਂ ਉਹਨਾਂ ਨੇ ਉਹ ਸਾਰੀ ਦੀ ਸਾਰੀ ਜਿਹੜੀ ਵਿਵਸਥਾ ਦਾ ਜਿਹੜੇ ਵਾਅਦੇ ਸੀਗੇ ਉਹਨਾਂ ਨੂੰ ਯਾਦ ਕੀਤਾ, ਆਗਿਆਕਾਰੀ ਦੀਆਂ ਅਸੀਸਾਂ ਨੂੰ ਯਾਦ ਕੀਤਾ, ਅਵਗਿਆਕਾਰੀ ਦੀਆਂ ਬਦਸੀਸਾਂ ਨੂੰ ਯਾਦ ਕੀਤਾ। ਤੇ ਆਗਿਆਕਾਰੀ ਅਗਰ ਪ੍ਰਭੂ ਦੀ ਕਰਾਂਗੇ ਤਾਂ ਅਸੀਂ ਬਰਕਤ ਪਾਵਾਂਗੇ, ਅਗਰ ਅਸੀਂ ਅਵਗਿਆਕਾਰੀ ਕਰਾਂਗੇ ਤਾਂ ਫਿਰ ਸਾਡੇ ਲਈ ਬਰਕਤ ਦਾ ਕਾਰਨ ਉਹ ਨਹੀਂ ਬਣੇਗੀ। ਜੇ ਅਸੀਂ ਆਪਣੇ ਰਸਤੇ ਚੁਣਾਂਗੇ ਤਾਂ ਉਸ ਦੇ ਵਿੱਚ ਪਰਮੇਸ਼ਰ ਸਾਡੇ ਨਾਲ ਨਹੀਂ ਜਾਏਗਾ, ਉਹ ਸਾਡੇ ਆਪਣੇ ਰਸਤੇ ਹੋਣਗੇ। ਔਰ ਫਿਰ ਜਿਹੜੇ ਉੱਥੇ ਸਾਡੇ ਪੈਰਾਂ 'ਚ ਕੰਡੇ ਲੱਗਣਗੇ, ਉਹ ਸੂਲਾਂ ਜਿਹੜੀਆਂ ਉਸ ਵੈਰੀ ਨੇ ਸਾਡੇ ਲਈ ਵਿਛਾਈਆਂ ਆ, ਉਹ ਫਿਰ ਸਾਡੇ ਲੱਗਣੀਆਂ ਆ। ਸੋ ਇਹ ਸਾਰੇ ਉਹ ਚੀਜ਼ਾਂ ਉਹਨਾਂ ਨੂੰ ਦੱਸੀਆਂ ਗਈਆਂ। ਲੇਕਿਨ ਹੁਣ ਉੱਥੇ ਜਿੱਥੇ ਉਹ ਹੱਲੇ ਕਰਦੇ ਪਏ ਆ ਨਾ, ਜਿੱਥੇ ਜਿਹੜੀਆਂ ਜ਼ਮੀਨ ਉੱਤੇ ਕਬਜ਼ਾ ਕਰਦੇ ਪਏ ਆ, ਹੁਣ ਉੱਥੇ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਜਿਸ ਲਈ ਆਈ ਦਾ ਜਿਹੜਾ ਦੇਸ਼ ਉਹ ਢੱਠ ਗਿਆ, ਜਿਸ ਲਈ ਉਹ ਖਤਮ ਹੋ ਗਿਆ, ਉੱਥੇ ਉਹਨਾਂ ਦਾ ਕਬਜ਼ਾ ਹੋ ਗਿਆ। ਤੇ ਹੁਣ ਉੱਥੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਜੰਗ ਦੇ ਨਾਲ ਗੱਲ ਨਹੀਂ ਬਣਨੀ, ਹੁਣ ਚਲਾਕੀ ਦੇ ਨਾਲ ਗੱਲ ਬਣਨੀ ਆ। ਸੋ ਗਿਬਿਓਨ ਦੇ ਲੋਕਾਂ ਨੇ ਇਹਨਾਂ ਦੇ ਨਾਲ ਚਲਾਕੀ ਕੀਤੀ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 14 ਆਇਤਾਂ ਪਹਿਲਾਂ ਦੇਖਦੇ ਹਾਂ। 15 ਆਇਤ, ਪਹਿਲੀਆਂ 15 ਆਇਤਾਂ 9ਵੇਂ ਪਾਪ ਦੀਆਂ। ਗਿਬਿਓਨੀ ਲੋਕਾਂ ਦਾ ਯਹੋਸ਼ੂਆ ਨਾਲ ਧੋਖਾ ਕਰਨਾ। ਇਜ਼ਰਾਈਲੀਆਂ ਦੀਆਂ ਇਹਨਾਂ ਜਿੱਤਾਂ ਦੀ ਖਬਰ ਹਰ ਥਾਂ ਪਹੁੰਚ ਗਈ ਸੀ ਅਤੇ ਉਹਨਾਂ ਬਾਰੇ ਇਹ ਸਭ ਰਾਜੇ ਹਿੱਤੀ, ਅਮੋਰੀ, ਕਨਾਨੀ, ਫਰਿੱਜੀ, ਹਿੱਵੀ ਅਤੇ ਜਬੂਸੀ ਸੁਣ ਚੁੱਕੇ ਸਨ। ਇਹ ਰਾਜੇ ਜਰਦਨ ਤੋਂ ਪਾਰ ਪਹਾੜੀ ਇਲਾਕੇ, ਤਿਹਾਰੀ ਦੇ ਇਲਾਕੇ, ਵੱਡੇ ਸਮੁੰਦਰ ਦੇ ਕੰਢਿਆਂ ਅਤੇ ਲਬਨਾਨ ਦੀਆਂ ਹੱਦਾਂ ਕੋਲ ਰਹਿੰਦੇ ਸਨ। ਇਹਨਾਂ ਸਭ ਰਾਜਿਆਂ ਨੇ ਇਕੱਠੇ ਹੋ ਕੇ ਯਹੋਸ਼ੂਆ ਅਤੇ ਇਜ਼ਰਾਈਲ ਦੇ ਵਿਰੁੱਧ ਲੜਨ ਦਾ ਮਤਾ ਪਕਾਇਆ। ਗਿਬਿਓਨ ਦੇ ਲੋਕਾਂ ਨੇ ਵੀ ਯਹੋਸ਼ੂਆ ਦੇ ਬਾਰੇ ਸੁਣਿਆ ਕਿ ਉਸਨੇ ਜਰੀਹੋ ਅਤੇ ਅਈ ਨਗਰਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਹੈ। ਉਹਨਾਂ ਨੇ ਯਹੋਸ਼ੂਆ ਨੂੰ ਧੋਖਾ ਦੇਣ ਦੀ ਯੋਜਨਾ ਬਣਾਈ। ਉਹਨਾਂ ਨੇ ਆਪਣੇ ਲਈ ਕੁਝ ਭੋਜਨ ਤਿਆਰ ਕੀਤਾ। ਉਹਨਾਂ ਨੇ ਭੋਜਨ ਨੂੰ ਪੁਰਾਣੀਆਂ ਬੋਰੀਆਂ ਵਿੱਚ ਭਰ ਲਿਆ ਅਤੇ ਪਾਣੀ ਲਈ ਵੀ ਕਸੀਆਂ ਹੋਈਆਂ ਮਸ਼ਕਾਂ ਨਾਲ ਲਈਆਂ। ਇਹ ਸਭ ਕੁਝ ਉਹਨਾਂ ਆਪਣੇ ਖੋਤਿਆਂ ਉੱਤੇ ਲੱਦ ਲਿਆ। ਉਹਨਾਂ ਪਾਟੇ ਅਤੇ ਹੰਡੇ ਹੋਏ ਕੱਪੜੇ ਪਾ ਲਏ ਤੇ ਟੁੱਟੀਆਂ ਜੁੱਤੀਆਂ ਪੈਰੀ ਪਾ ਲਈਆਂ। ਉਹਨਾਂ ਦਾ ਭੋਜਨ ਵੀ ਸੁੱਕਾ ਉੱਲੀ ਲੱਗਾ ਸੀ। ਤਦ ਉਹ ਗਿਲਗਾਲ ਦੀ ਥਾਂ ਤੇ ਯਹੋਸ਼ੂਆ ਕੋਲ ਗਏ ਅਤੇ ਬੋਲੇ, ਅਸੀਂ ਦੂਰ ਦੇਸ਼ ਤੋਂ ਆਏ ਹਾਂ ਅਤੇ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦੇ ਹਾਂ। ਇਜ਼ਰਾਈਲਾਂ ਨੇ ਉਹਨਾਂ ਲੋਕਾਂ ਨੂੰ ਜੋ ਅਸਲ ਵਿੱਚ ਹਿੱਵੀ ਜਾਤੀ ਨਾਲ ਸੰਬੰਧ ਰੱਖਦੇ ਸਨ ਕਿਹਾ, ਅਸੀਂ ਤੁਹਾਡੇ ਨਾਲ ਕਿਉਂ ਸੰਧੀ ਕਰੀਏ? ਹੋ ਸਕਦਾ ਹੈ ਕਿ ਤੁਸੀਂ ਸਾਡੇ ਕਿਸੇ ਲਾਗਲੇ ਇਲਾਕੇ ਦੇ ਰਹਿਣ ਵਾਲੇ ਹੋਵੋ। ਉਹਨਾਂ ਨੇ ਉੱਤਰ ਦਿੱਤਾ, ਅਸੀਂ ਤਾਂ ਤੁਹਾਡੇ ਦਾਸ ਹਾਂ। ਤਦ ਯਹੋਸ਼ੂਆ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਕੌਣ ਹੋ? ਦੂਰ ਤੋਂ ਆਏ ਹੋ ਤੇ ਕਿੱਥੋਂ ਆਏ ਹੋ? ਉਹਨਾਂ ਨੇ ਯਹੋਸ਼ੂਆ ਨੂੰ ਉੱਤਰ ਦਿੱਤਾ, ਅਸੀਂ ਬਹੁਤ ਦੂਰ ਤੋਂ ਆਏ ਹਾਂ। ਅਸੀਂ ਪ੍ਰਭੂ ਤੁਹਾਡੇ ਪਰਮੇਸ਼ਰ ਬਾਰੇ ਸੁਣ ਚੁੱਕੇ ਹਾਂ ਕਿ ਉਸਨੇ ਮਿਸਰ ਵਿੱਚ ਕੀ ਕੀਤਾ। ਅਸੀਂ ਉਹ ਸੁਣ ਚੁੱਕੇ ਹਾਂ ਜੋ ਉਸਨੇ ਜਰਦਨ ਦੇ ਪਾਰ ਦੇ ਮੋਰੀ ਰਾਜਿਆਂ ਹਸਬੋਨ ਤੇ ਰਾਜਾ ਸਿਹੋਨ ਅਤੇ ਬਿਸ਼ਾਨ ਦੇ ਰਾਜਾ ਓਗ ਜੋ ਅਸ਼ਤਾਰੋਤ ਵਿੱਚ ਰਹਿੰਦੇ ਸਨ ਨਾਲ ਕੀਤਾ ਹੈ। ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਸਲਾਹ ਦਿੱਤੀ ਕਿ ਅਸੀਂ ਆਪਣੇ ਰਾਹ ਦੇ ਲਈ ਭੋਜਨ ਲੈ ਕੇ ਤੁਹਾਡੇ ਕੋਲ ਜਾਈਏ। ਸਾਡੀ ਬਚੀ ਹੋਈ ਰੋਟੀ ਦੇਖੋ ਜੋ ਅਸੀਂ ਘਰੋਂ ਚੱਲਦੇ ਸਮੇਂ ਗਰਮ ਆਪਣੇ ਨਾਲ ਲਈ ਸੀ, ਪਰ ਹੁਣ ਦਿੱਖ ਸਮਾਂ ਹੋਣ ਕਾਰਨ ਇਹ ਸੁੱਕ ਗਈ ਹੈ ਤੇ ਇਸ ਨੂੰ ਉੱਲੀ ਵੀ ਲੱਗ ਗਈ ਹੈ। ਸਾਡੀਆਂ ਪਾਣੀਆਂ ਵਾਲੀਆਂ ਮਸ਼ਕਾਂ ਵੀ ਤੁਰਨ ਸਮੇਂ ਨਵੀਆਂ ਸਨ, ਪਰ ਹੁਣ ਘਸ ਕੇ ਪਾਟ ਗਈਆਂ ਹਨ। ਸਾਡੀਆਂ ਜੁੱਤੀਆਂ ਵੀ ਸਫ਼ਰ ਦੇ ਲੰਮੇ ਹੋਣ ਕਾਰਨ ਘਸ ਗਈਆਂ ਹਨ। ਇਜ਼ਰਾਈਲੀ ਲੋਕਾਂ ਨੇ ਗਿਬਿਓਨੀ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲਿਆ। ਉਹਨਾਂ ਨੇ ਇਸ ਸੰਬੰਧੀ ਪ੍ਰਭੂ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਨਾ ਕੀਤੀ। ਇਸ ਲਈ ਉਹਨਾਂ ਨੇ ਗਿਬਿਓਨੀ ਲੋਕਾਂ ਤੋਂ ਭੋਜਨ ਵੀ ਲੈ ਕੇ ਖਾਧਾ। ਯਹੋਸ਼ੂਆ ਨੇ ਉਹਨਾਂ ਨਾਲ ਮਿੱਤਰਤਾ ਦੀ ਸੰਧੀ ਵੀ ਕਰ ਲਈ। ਉਸਨੇ ਉਹਨਾਂ ਨੂੰ
ਆਪਣੇ ਵਿੱਚ ਰਹਿਣ ਦੀ ਆਗਿਆ ਵੀ ਦੇ ਦਿੱਤੀ। ਇਜ਼ਰਾਈਲ ਦੇ ਬਾਕੀ ਆਗੂਆਂ ਨੇ ਵੀ ਉਹਨਾਂ ਨੂੰ ਸੰਧੀ ਦੇ ਮੰਨਣ ਬਾਰੇ ਵਚਨ ਦਿੱਤਾ। ਦੇ ਦਿੱਤਾ। ਆਮੀਨ। ਸੋ ਹੁਣ ਗਿਬਿਓਨ ਦੇ ਲੋਕਾਂ ਨੇ ਦੇਖ ਲਿਆ ਕਿ ਕਿੱਦਾਂ ਇਹ ਪਿੱਛੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਆ, ਅਸੀਂ ਇਹਨਾਂ ਦੇ ਮੂਹਰੇ ਖੜ ਨਹੀਂ ਸਕਦੇ। ਜੇ ਯਰੀਹੋ ਵਰਗਾ ਨਗਰ ਇਹਨਾਂ ਦੇ ਸਾਹਮਣੇ ਖੜ ਨਹੀਂ ਸਕਿਆ, ਜਿਸ ਦੀਆਂ ਕੰਧਾਂ ਐਡੀਆਂ ਐਡੀਆਂ ਮੋਟੀਆਂ ਸੀ ਕਿ ਉਹਨਾਂ ਦੇ ਉੱਤੇ 2 ਰੱਥ ਚੱਲਦੇ ਸੀ ਬਰਾਬਰ, ਅਗਰ ਉਹ ਕੰਧਾਂ ਪਾਣੀ ਦੇ ਵਾਂਗੂ ਢੱਠ ਗਈਆਂ ਤੇ ਅਸੀਂ ਕਾਦੇ ਜੋਗੇ। ਆਈ ਜਿਹੜਾ ਅਗਲਾ ਸੀਗਾ ਸਟਰੋਂਗ ਜਿਹੜਾ ਬੁਰਜ ਸੀਗਾ ਉਹ ਆਈ ਦਾ ਆਉਂਦਾ ਸੀ, ਉਹਨਾਂ ਨੇ ਦੇਖ ਲਿਆ ਕਿ ਉਹ ਵੀ ਨਹੀਂ ਖੜਾ ਰਹਿ ਸਕਿਆ। ਹਾਂ, ਇੱਕ ਦਿਨ ਉਹ ਲੜਾਈ ਜਿੱਤ ਗਏ ਆ, ਪਰ ਦੂਜੇ ਦਿਨ ਉਹ ਵੀ ਨਹੀਂ ਖੜੇ ਰਹਿ ਸਕੇ। ਸਾਡੇ ਨਾਲ ਵੀ ਇਹੋ ਹੀ ਹੋਣਾ। ਸੋ ਉਹ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਦੇਖਿਆ ਕਿ ਜੇ ਅਸੀਂ ਆਪਣੇ ਭਰਾਵਾਂ ਦੇ ਵਿੱਚ ਜਿਹੜੇ ਹਿੱਤੀ, ਅਮੋਰੀ, ਕਨਾਨੀ, ਫਰਿੱਜੀ, ਹਿੱਬੀ, ਯਬੂਸੀ ਜਿਹੜੇ ਆ, ਅਗਰ ਅਸੀਂ ਉਹਨਾਂ ਦੇ ਵੱਲ ਗਏ ਤੇ ਹਾਲ ਤਾਂ ਉਹਨਾਂ ਦਾ ਵੀ ਇਹੋ ਹੀ ਹੋਣਾ। ਹਾਲ ਉਹਨਾਂ ਦਾ ਵੀ ਇਹੋ ਹੀ ਹੋਣਾ। ਕਿਉਂ ਨਾ ਅਸੀਂ ਜਾ ਕੇ ਸੰਧੀ ਕਰ ਲਈਏ, ਸਾਡੀ ਜਾਨ ਬਚ ਜਾਊਗੀ। ਲੇਕਿਨ ਪ੍ਰਭੂ ਨੇ ਇਹ ਸੰਧੀਆਂ ਕਰਨ ਤੋਂ ਇਹਨਾਂ ਨੂੰ ਮਨਾ ਕੀਤਾ ਸੀ। ਉਹਨਾਂ ਨੇ ਲੈਂਗੁਏਜ ਬੜੀ ਸਹੀ ਬੋਲੀ, ਬੜੀ ਲੈਂਗੁਏਜ ਸਹੀ ਬੋਲੀ। ਅੱਜ ਵੀ ਸਾਡੇ ਵਿੱਚ ਬਹੁਤ ਕ੍ਰਿਸਚੀਅਨ ਆ ਜਿਨ੍ਹਾਂ ਨੂੰ ਲੈਂਗੁਏਜ ਆ ਗਈ ਹੈ ਕ੍ਰਿਸਚੀਅਨਿਟੀ ਦੀ, ਜਿਨ੍ਹਾਂ ਨੂੰ ਮਸੀਹਤ ਦੀ ਬੋਲੀ ਆ ਗਈ ਆ, ਪਰ ਇਹਦਾ ਕੰਮ ਨਹੀਂ ਹੋਇਆ ਸਰੀਰ ਦੇ ਵਿੱਚ, ਨਾ ਮਨ ਦੇ ਵਿੱਚ, ਨਾ ਆਤਮਾ ਦੇ ਵਿੱਚ। ਉਦਾਂ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਸੋ ਉਹਨਾਂ ਨੇ ਆ ਕੇ ਉਹ ਬੋਲੀ ਬੋਲੀ ਔਰ ਉਹ ਖੁਸ਼ ਕਿ ਚਲੋ ਕਮ ਸੇ ਕਮ ਕੋਈ ਇੱਕ ਤਾਂ ਹੈਗਾ ਜਿਹੜਾ ਸਾਡੇ ਪ੍ਰਭੂ ਦੇ ਨਾਮ ਨੂੰ ਜਿਹੜਾ ਸੁਣ ਕੇ ਸਾਡੇ ਕੋਲ ਆਇਆ। ਇਹ ਪ੍ਰਭੂ ਦਾ ਘੱਲਿਆ ਆਇਆ। ਲੇਕਿਨ ਉਹਨਾਂ ਨੇ ਪ੍ਰਭੂ ਤੋਂ ਸਲਾਹ ਨਹੀਂ ਮੰਗੀ। ਉਹਨਾਂ ਨੇ ਪ੍ਰਭੂ ਦੀ ਹਜ਼ੂਰੀ ਵਿੱਚ ਨਹੀਂ ਗਏ ਔਰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸੱਚਮੁੱਚ ਪ੍ਰਭੂ ਤੂੰ ਘੱਲਿਆ ਕਿ ਇਹ ਆਪਣੀ ਚਲਾਕੀ ਦੇ ਨਾਲ ਆ ਗਿਆ। ਸੋ ਉਹਨਾਂ ਨੇ ਹੁਣ ਮਿੱਤਰਤਾ ਦੀ ਸੰਧੀ ਕਰ ਲਈ ਜਿਹੜੀ ਉਹ ਤੋੜ ਨਹੀਂ ਸਕਦੇ, ਉਹਨਾਂ ਨੂੰ ਮਾਰ ਨਹੀਂ ਹੋ ਸਕਦੇ। ਸੋ ਹੁਣ ਉਹਨਾਂ ਨੂੰ ਜਿਸ ਲਈ ਇਸ ਚੀਜ਼ ਦਾ ਪਤਾ ਲੱਗਣਾ ਤੇ ਇਸ ਗonna become a big deal। ਬਹੁਤ ਦੇਰ ਤੱਕ ਫਿਰ ਇਹਨਾਂ ਦੇ ਲਈ ਇਹ ਲੋਕ ਕੰਡਾ ਬਣ ਕੇ ਰਹੇ। ਬਹੁਤ ਦੇਰ ਤੱਕ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਈਆਂ ਸੀ ਬਾਅਦ ਦੇ ਵਿੱਚ। ਸੋ ਆਓ ਹੁਣ ਅਸੀਂ 15 ਆਇਤ ਤੋਂ ਲੈ ਕੇ ਇਸ ਚੈਪਟਰ ਨੂੰ 27 ਆਇਤ ਤੱਕ ਖਤਮ ਕਰੀਏ। ਮੈਂ ਪੜ੍ਹਦੀ ਪਾਸਟਰ ਜੀ। ਗੋ ਅਹੈਡ ਮੇਰਾ। ਯਹੋਸ਼ੂਆ ਨੇ ਉਹਨਾਂ ਨਾਲ ਮਿੱਤਰਤਾ ਦੀ ਸੰਧੀ ਵੀ ਕਰ ਲਈ। ਉਸਨੇ ਉਹਨਾਂ ਨੂੰ ਆਪਣੇ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਇਸਰਾਇਲ ਦੇ ਬਾਕੀ ਆਗੂਆਂ ਨੇ ਵੀ ਉਹਨਾਂ ਨੂੰ ਸੰਧੀ ਦੇ ਮੰਨਣ ਬਾਰੇ ਵਚਨ ਦਿੱਤਾ। ਪਰ ਸੰਧੀ ਕੀਤੇ ਜਾਣ ਦੇ 3 ਦਿਨਾਂ ਪਿੱਛੋਂ ਇਸਰਾਏਲੀਆਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਜਿਨ੍ਹਾਂ ਨਾਲ ਉਹਨਾਂ ਸੰਧੀ ਕੀਤੀ ਹੈ ਅਸਲ ਵਿੱਚ ਉਹਨਾਂ ਦੇ ਗੁਆਂਢੀ ਹਨ। ਇਸਰਾਏਲੀ ਠੀਕ ਤੀਜੇ ਦਿਨ ਉਹਨਾਂ ਦੇ ਸ਼ਹਿਰ ਵਿੱਚ ਪਹੁੰਚ ਗਏ, ਜਿਨ੍ਹਾਂ ਦੇ ਨਾਂ ਇਹ ਸਨ ਗਿਬਿਓਨ, ਕਫੀਰਾ, ਬੇਰੋਤ ਅਤੇ ਕਿਰਿਆਤ ਯਾਰੀਮ। ਪਰ ਉਹਨਾਂ ਬਾਰੇ ਪਤਾ ਲੱਗਣ ਦੇ ਪਿੱਛੋਂ ਵੀ ਇਸਰਾਏਲੀਆਂ ਨੇ ਉਹਨਾਂ ਨੂੰ ਕੁਝ ਨਾ ਕਿਹਾ, ਕਿਉਂਕਿ ਇਸਰਾਏਲੀ ਬਜ਼ੁਰਗਾਂ ਨੇ ਉਹਨਾਂ ਨਾਲ ਪਰਮੇਸ਼ਰ ਪ੍ਰਭੂ ਦੇ ਨਾਂ ਤੇ ਮਿੱਤਰਤਾ ਦੀ ਸੰਧੀ ਕੀਤੀ ਸੀ। ਪਰ ਲੋਕ ਆਪਣੇ ਬਜ਼ੁਰਗਾਂ ਦੇ ਵਿਰੁੱਧ ਬੁੜਬੁੜਾਉਣ ਲੱਗੇ। ਪਰ ਬਜ਼ੁਰਗਾਂ ਨੇ ਉਹ ਲੋਕਾਂ ਨੂੰ ਕਿਹਾ, ਅਸੀਂ ਉਹਨਾਂ ਨਾਲ ਇਸਰਾਏਲ ਦੇ ਪ੍ਰਭੂ ਪਰਮੇਸ਼ਰ ਦੇ ਨਾਂ ਤੇ ਨੇਮ ਬੰਨਿਆ ਹੈ, ਇਸ ਲਈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਹਾਂ। ਇਸ ਲਈ ਉਹਨਾਂ ਨੂੰ ਉਸ ਨੇਮ ਦੇ ਕਾਰਨ ਆਪਣੇ ਵਿੱਚ ਰਹਿਣ ਦੇਈਏ, ਨਹੀਂ ਤਾਂ ਪਰਮੇਸ਼ਰ ਦਾ ਕਰੋਧ ਸਾਡੇ ਤੇ ਭੜਕ ਉੱਠੇਗਾ। ਸੋ ਤੁਸੀਂ ਉਹਨਾਂ ਨੂੰ ਆਪਣੇ ਵਿੱਚ ਰਹਿਣ ਦਿਓ, ਉਹ ਸਾਡੇ ਲਈ ਲੱਕੜੀ ਕੱਟਣ ਅਤੇ ਪਾਣੀ ਭਰਨ ਦਾ ਕੰਮ ਕਰਨਗੇ। ਸੋ ਇਹ ਸਲਾਹ ਸੀ ਜੋ ਇਸਰਾਏਲੀ ਬਜ਼ੁਰਗਾਂ ਨੇ ਆਪਣੇ ਲੋਕਾਂ ਨੂੰ ਦਿੱਤੀ। ਤਦ ਯਹੋਸ਼ੂਆ ਨੇ ਗਿਬਿਓਨੀ ਲੋਕਾਂ ਨੂੰ ਸੱਦ ਕੇ ਕਿਹਾ, ਤੁਸੀਂ ਸਾਨੂੰ ਇਹ ਕਹਿ ਕੇ ਕਿਉਂ ਧੋਖਾ ਦਿੱਤਾ ਕਿ ਤੁਸੀਂ ਦੂਰ ਦੇ ਦੇਸ਼ ਦੇ ਰਹਿਣ ਵਾਲੇ ਹੋ, ਜਦੋਂ ਕਿ ਤੁਸੀਂ ਸਾਡੇ ਲਾਗੇ ਦੇ ਰਹਿਣ ਵਾਲੇ ਹੋ। ਇਸ ਧੋਖੇ ਦੇ ਕਾਰਨ ਪਰਮੇਸ਼ਰ ਦਾ ਸ਼ਰਾਪ ਤੁਹਾਡੇ ਉੱਤੇ ਹੈ। ਤੁਹਾਡੇ ਲੋਕ ਹਮੇਸ਼ਾ ਲਈ ਸਾਡੇ ਪਰਮੇਸ਼ਰ ਦੇ ਘਰ ਲਈ ਲੱਕੜੀ ਕੱਟਣਗੇ ਅਤੇ ਪਾਣੀ ਭਰਨਗੇ। ਉਹਨਾਂ ਨੇ ਯਹੋਸ਼ੂਆ ਨੂੰ ਉੱਤਰ ਦਿੱਤਾ, ਇਹ ਸੱਚ ਹੈ, ਕਿਉਂਕਿ ਤੇਰੇ ਦਾਸਾਂ ਨੂੰ ਪਤਾ ਲੱਗ ਗਿਆ ਸੀ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਆਪਣੇ ਦਾਸ ਨੂੰ ਆਗਿਆ ਦਿੱਤੀ ਹੈ ਕਿ ਉਹ ਇਹ ਸਾਰੀ ਧਰਤੀ ਤੁਹਾਨੂੰ ਦੇਵੇ ਅਤੇ ਇੱਥੋਂ ਦੇ ਸਭ ਰਹਿਣ ਵਾਲਿਆਂ ਨੂੰ ਕਤਲ ਕਰ ਦੇਵੇ। ਸੋ ਅਸੀਂ ਭੈਭੀਤ ਹੋ ਉੱਠੇ ਅਤੇ ਤੁਹਾਡੇ ਨਾਲ ਇਹ ਧੋਖਾ ਕਰਨ ਦੇ ਲਈ ਵੀ ਮਜਬੂਰ ਹੋ ਗਏ ਸਾਂ। ਹੁਣ ਅਸੀਂ ਤੁਹਾਡੇ ਦਾਸ ਤੁਹਾਡੇ ਹੱਥ ਵਿੱਚ ਹਾਂ, ਇਸ ਲਈ ਤੁਸੀਂ ਜਿਸ ਤਰ੍ਹਾਂ ਚਾਹੋ ਸਾਡੇ ਨਾਲ ਵਰਤਾਓ ਕਰੋ। ਸੋ ਯਹੋਸ਼ੂਆ ਨੇ ਉਹਨਾਂ ਨੂੰ ਆਪਣੇ ਲੋਕਾਂ ਕੋਲੋਂ ਬਚਾ ਲਿਆ ਅਤੇ ਉਹਨਾਂ ਨੂੰ ਮਾਰਨ ਨਾ ਦਿੱਤਾ।
ਪਰ ਉਸਨੇ ਗਿਬਿਓਨੇ ਲੋਕਾਂ ਨੂੰ ਹਮੇਸ਼ਾ ਦੇ ਲਈ ਸੰਗਤ ਦੇ ਲਈ ਅਤੇ ਪ੍ਰਭੂ ਦੇ ਪਵਿੱਤਰ ਘਰ ਲਈ ਲੱਕੜਾਂ ਕੱਟਣ ਅਤੇ ਪਾਣੀ ਭਰਨ ਦਾ ਕੰਮ ਦੇ ਦਿੱਤਾ। ਇਹ ਕੰਮ ਉਹ ਲੋਕ ਅੱਜ ਤੱਕ ਕਰਦੇ ਆ ਰਹੇ ਹਨ। ਆਮੀਨ। ਔਰ ਉਹਨਾਂ ਲੋਕਾਂ ਦੇ ਨਾਲ ਵਸਦੇ ਆ ਰਹੇ ਹਨ। ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਹੱਕ ਘੱਟ ਸੀਗੇ, ਉਹਨਾਂ ਨੂੰ ਬਰਕਤ ਮਿਲਦੀ ਸੀ, ਉਹਨਾਂ ਨੂੰ ਆਪਣੇ ਕੰਮ ਦਾ ਮਹਿਤਾਨਾ ਮਿਲਦਾ ਸੀ। ਔਰ ਦੂਸਰੇ ਪਾਸੇ ਇਹ ਬੇਸਿਕਲੀ ਇੱਕ ਤਰ੍ਹਾਂ ਦੀ ਸਜ਼ਾ ਸੀ ਉਹਨਾਂ ਦੇ ਲਈ। ਲੇਕਿਨ ਥੋੜੇ ਸਮੇਂ ਤੋਂ ਬਾਅਦ ਫਿਰ ਜਿਸ ਤਰ੍ਹਾਂ ਕਿ ਇਹ ਜਿਹੜੇ ਲੋਕ ਸੀਗੇ ਇਹ ਵਿੱਚੇ ਹੀ ਰਲ ਮਿਲ ਗਏ ਸੀਗੇ, ਪਰ ਇਹਨਾਂ ਦੇ ਵਿੱਚੋਂ ਜਿਹੜੇ ਆਪਣੀਆਂ ਪੁਰਾਣੀਆਂ ਚੀਜ਼ਾਂ ਜਿਹੜੇ ਲੈ ਕੇ ਆਏ ਹੋ ਸੀਗੇ ਨਾਲ, ਉਹਨਾਂ ਨੇ ਇਹਨਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੀ ਗੱਲ ਖਿੱਚ ਲਿਆ। ਉਹਨਾਂ ਨੇ ਪ੍ਰਭੂ ਦੇ ਲੋਕਾਂ ਨੂੰ ਉਹਨਾਂ ਦੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ, ਜਿਹੜੀ ਹਮੇਸ਼ਾ ਇਹਨਾਂ ਦੇ ਲਈ ਇੱਕ ਮੁਸੀਬਤ ਦਾ ਕਾਰਨ ਬਣੀ ਰਹੀ। ਪਰ ਇਸ ਵੇਲੇ ਕਿਉਂਕਿ ਉਹਨਾਂ ਨੇ ਉਹਨਾਂ ਦੇ ਨਾਲ ਵਚਨ ਕਰ ਦਿੱਤਾ ਸੀਗਾ, ਦੋ ਮਿੱਤਰਤਾ ਦਾ ਵਚਨ ਕਰ ਦਿੱਤਾ ਸੀ, ਇਸ ਕਰਕੇ ਉਹਨਾਂ ਨੂੰ ਕੁਛ ਨਹੀਂ ਕਿਹਾ। ਹੁਣ ਜਿਸ ਲਈ ਅਸੀਂ 10ਵੇਂ ਭਾਵ ਦੇ ਵਿੱਚ ਆਉਂਦੇ ਹਾਂ ਤੇ ਹੁਣ ਪ੍ਰਭੂ ਨੇ ਇੱਥੇ ਜਿਹੜਾ ਵੱਡਾ ਕੰਮ ਹੁਣ ਪ੍ਰਭੂ ਨੇ ਕਰਨਾ ਹੈਗਾ, ਤੇ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਰਾਜੇ ਇੱਕ ਸਮੇਂ ਦੇ ਵਿੱਚ ਪ੍ਰਭੂ ਨੇ ਕੱਢਣੇ ਆ। ਸੋ 10ਵਾਂ ਭਾਵ ਆਓ ਅਸੀਂ ਇਸ ਨੂੰ ਪਹਿਲਾਂ ਦੇਖੀਏ। ਪਹਿਲਾਂ 5 ਆਇਤਾਂ ਦੇਖੀਏ। ਅਮੋਰੀ ਲੋਕਾਂ ਦੀ ਹਾਰ। ਯਰੂਸ਼ਲਮ ਸ਼ਹਿਰ ਦੇ ਰਾਜਾ ਅਦੋਨੀ ਸਦਕ ਨੇ ਉਹ ਸਭ ਸੁਣਿਆ ਕਿ ਯਹੋਸ਼ੂਆ ਨੇ ਅਈ ਨਗਰ ਨੂੰ ਨਾਸ਼ ਕਰਕੇ ਉਸਦੇ ਰਾਜਾ ਨੂੰ ਮਾਰ ਸੁੱਟਿਆ ਹੈ। ਇਸ ਤਰ੍ਹਾਂ ਉਸਨੇ ਜਰੀਹੋ ਅਤੇ ਉਸਦੇ ਰਾਜਾ ਨੂੰ ਖਤਮ ਕਰ ਦਿੱਤਾ ਹੈ। ਰਾਜਾ ਅਦੋਨੀ ਸਦਕ ਨੇ ਇਹ ਵੀ ਸੁਣਿਆ ਕਿ ਗਿਬਿਓਨ ਦੇ ਲੋਕਾਂ ਨੇ ਇਸਰਾਇਲ ਨਾਲ ਸੁਲ੍ਹਾ ਤੇ ਸੰਧੀ ਕਰ ਲਈ ਹੈ ਅਤੇ ਉਹ ਉਹਨਾਂ ਦੇ ਵਿਚਕਾਰ ਰਹਿੰਦੇ ਹਨ। ਯਰੂਸ਼ਲਮ ਦੇ ਲੋਕ ਇਹ ਸਭ ਸੁਣ ਕੇ ਡਰ ਗਏ, ਕਿਉਂਕਿ ਅਈ ਨਗਰ ਵਿੱਚ ਆਮ ਨਗਰਾਂ ਦੇ ਟਾਕਰੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਸੀ ਨਗਰ ਸੀ ਅਤੇ ਉਸ ਦੇ ਨਿਵਾਸੀ ਵੀ ਤਕੜੇ ਲੜਨ ਵਾਲੇ ਸਨ। ਇਸ ਲਈ ਅਦੋਨੀ ਸਦਕ ਨੇ ਆਪਣੇ ਇਹਨਾਂ ਰਾਜਿਆਂ ਨੂੰ ਆਪਣੀ ਮਦਦ ਲਈ ਸੱਦਿਆ। ਹਬਰੋਨ ਦਾ ਹੋਹਾਮ, ਜਰਮੂਤ ਦਾ ਰਾਜਾ ਫਿਰਾਮ, ਲਾਕੀਸ਼ ਦਾ ਰਾਜਾ ਯਾਫੀਆ ਅਤੇ ਅਗਲੋਨ ਦਾ ਰਾਜਾ ਦਬੀਰ। ਉਸਨੇ ਇਹਨਾਂ ਚਾਰਾਂ ਰਾਜਿਆਂ ਨੂੰ ਕਿਹਾ, ਤੁਸੀਂ ਮੇਰੇ ਕੋਲ ਆ ਕੇ ਮੇਰੀ ਮਦਦ ਕਰੋ। ਆਓ ਅਸੀਂ ਗਿਬਿਓਨ ਦੇ ਲੋਕਾਂ ਤੇ ਚੜ੍ਹਾਈ ਕਰਕੇ ਉਹਨਾਂ ਨੂੰ ਮਾਰ ਦੇਈਏ, ਕਿਉਂਕਿ ਉਹਨਾਂ ਨੇ ਇਜ਼ਰਾਈਲੀਆਂ ਦੇ ਆਗੂ ਯਹੋਸ਼ੂਆ ਨੂੰ ਸੁਲ੍ਹਾ ਦੀ ਸੰਧੀ ਕਰ ਲਈ ਹੈ। ਸੋ ਇਹਨਾਂ ਅਮੋਰੀ ਰਾਜਿਆਂ ਯਰੂਸ਼ਲਮ, ਹਬਰੋਨ, ਜਰਮੂਤ, ਲਾਕੀਸ਼ ਅਤੇ ਅਗਲੋਨ ਦੇ ਰਾਜਿਆਂ ਨੇ ਆਪਣੀ ਸਾਰੀ ਸੈਨਾ ਇਕੱਠੀ ਕਰਕੇ ਗਿਬਿਓਨ ਦੇ ਉੱਤੇ ਚੜ੍ਹਾਈ ਕਰ ਦਿੱਤੀ। ਸੋ ਹੁਣ ਅਸੀਂ ਇਹ ਦੇਖਦੇ ਪਏ ਕਿ ਸਿਰਫ ਇਹੋ ਹੀ ਨਹੀਂ ਹੋ ਰਿਹਾ, ਇੱਥੇ ਬਹੁਤ ਕੁਝ ਹੋ ਰਿਹਾ। ਅਸੀਂ ਪਿੱਛੋਂ ਇਜਿਪਟ ਦੇ ਵਿੱਚੋਂ ਜਿੱਥੋਂ ਇਹ ਲੋਕ ਆਏ ਆ, ਉੱਥੇ ਵੀ ਬਹੁਤ ਕੁਝ ਬਦਲ ਰਿਹਾ। ਉੱਥੇ ਇਸ ਵੇਲੇ ਐਮਨਾਹੋਟਪ ਜਿਹੜਾ ਉਹਦਾ ਚੌਥਾ ਜਿਹੜਾ ਉਹਨਾਂ ਦਾ ਬਣਿਆ ਹੈਗਾ ਰਾਜਾ ਬਣਿਆ ਆ, ਫੈਰੋ ਬਣਿਆ, ਉਸਨੇ ਇੱਕ ਪਰਮੇਸ਼ਵਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਤੇ ਉਸਨੇ ਉਸ ਇੱਕ ਪਰਮੇਸ਼ਵਰ ਦਾ ਜਿਹੜਾ ਨਾਂ ਰੱਖਿਆ ਉਹ ਜਿਸ ਦਾ ਮਤਲਬ ਹੈਗਾ ਸੂਰਜ ਦੇਵਤੇ ਦੀ ਉਹਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਔਰ ਉਸਨੇ ਇਹਨਾਂ ਲੋਕਾਂ ਨੇ ਔਰ ਉਸਨੇ ਇਹ ਦੇਖਿਆ ਸੀਗਾ ਕਿ ਇਹ ਜਿਹੜੇ ਲੋਕ ਆ, ਜਿਹੜੇ ਪ੍ਰਭੂ ਦੇ ਲੋਕ ਆ, ਇਹ ਸਾਡਾ ਇੱਥੋਂ ਕੀ ਹਾਲ ਕਰਕੇ ਗਏ। ਪਰ ਉਹਦੀ ਸੰਧੀ ਆ ਇਹਨਾਂ ਦੇ ਨਾਲ। ਉਹ ਸੰਧੀ ਇਹ ਆ ਕਿ ਜੇ ਤੁਹਾਡੇ ਤੇ ਕੋਈ ਹਮਲਾ ਕਰੇ ਤਾਂ ਅਸੀਂ ਆਪਣੀ ਫੌਜ ਘੱਲਾਂਗੇ, ਜੇ ਮੇਰੇ ਤੇ ਕੋਈ ਹਮਲਾ ਕਰੇ ਤਾਂ ਤੁਸੀਂ ਆਪਣੀਆਂ ਫੌਜਾਂ ਮੇਰੀ ਮਦਦ ਦੇ ਲਈ ਘੱਲਣੀਆਂ। ਸੋ ਉਹਨਾਂ ਦੀ ਸੰਧੀ ਆ ਇਹਨਾਂ ਦੇ ਨਾਲ। ਸੋ ਇਸ ਕਰਕੇ ਇਹ ਜਿਹੜੀਆਂ ਛੋਟੀਆਂ ਜਿਹਨੂੰ ਅਸੀਂ ਕਹਿੰਦੇ ਜਿਸ ਤਰ੍ਹਾਂ ਜਿਹੜੇ ਭਾਂਡੇ ਬਣਾਉਣ ਵਾਲੇ ਨਹੀਂ ਹੁੰਦੇ, ਉਹ ਕਲੇ ਦੇ ਬਣਾ ਕੇ ਤੇ ਲਿਖ ਕੇ ਤੇ ਫਿਰ ਇਹਨਾਂ ਨੂੰ ਅੱਗ ਦੇ ਵਿੱਚ ਪਕਾ ਲਿਆ ਜਾਂਦਾ ਸੀ। ਔਰ ਫਿਰ ਇਸ ਨੂੰ ਇਹ ਚਿੱਠੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਇਹ ਘੱਲੀਆਂ ਜਾਂਦੀਆਂ ਸੀ। ਸੋ ਇਸ ਵੇਲੇ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਇਹ ਜਿਹੜੀ ਚਿੱਠੀ ਆ ਉਹ ਪਈ ਆ। ਸੋ ਇਹ ਜਿਹੜੀ ਚਿੱਠੀ ਘੱਲੀ ਗਈ ਆ, ਇਹ ਉੱਥੇ ਜਿਹੜਾ ਇਜਿਪਟ ਦਾ ਜਿਹੜਾ ਇਸ ਵੇਲੇ ਫੈਰੋ ਆ ਉਸਨੂੰ ਘੱਲੀ ਗਈ, ਜਿਸ ਦਾ ਨਾਂ ਹੈਗਾ ਅਖਨਿਆਤਨ। ਸੋ ਉਸਨੂੰ ਕਿਹਾ ਇਹ ਕਿਹਾ ਜਾ ਰਿਹਾ, ਮੈਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਇਹ ਕਰ ਦਿੰਦਾ ਕਿ ਜਿਸ ਤਰ੍ਹਾਂ ਕਿ ਸਾਡਾ ਜਿਹੜਾ ਸੱਚਾ ਰਾਜਾ, ਸਾਡਾ ਜਿਹੜਾ ਸਾਡੇ ਤੇ ਪ੍ਰਭੁਤਾ ਕਰਨ ਵਾਲਾ, ਕਿਉਂਕਿ ਉਹ ਐਂਪਰਰ ਸੀਗਾ ਬੇਸਿਕਲੀ। ਔਰ ਉਹਨਾਂ ਨੂੰ ਇਹ ਕਹਿ ਰਿਹਾ ਕਿ ਜਿਹੜੀ ਧਰਤੀ ਦੇ ਉੱਤੇ ਅਸੀਂ ਰਹਿ ਰਹੇ ਹਾਂ, ਇਹ ਸਾਰੀ ਧਰਤੀ ਜਿਹੜੀ ਆ ਉਹ ਰਾਜੇ ਦੀ ਆ, ਪਰ ਇਹ ਸਭ ਕੁਝ ਹੁਣ ਸਾਡੇ ਹੱਥੋਂ ਜਾ ਰਿਹਾ ਆ। ਸੋ ਉਹਨੂੰ ਕਿਹਾ ਗਿਆ ਕਿ ਆਪਣਾ ਜਿਹੜਾ ਹੈਗਾ ਆ, ਆਪਣੇ ਆਰਚਰ ਜਿਹੜੇ ਆਪਣੇ ਤੀਰ ਕਮਾਨ ਚਲਾਉਣ ਵਾਲੇ ਆ, ਉਹਨਾਂ ਨੂੰ ਘੱਲ। ਔਰ ਜੇ ਤੂੰ ਉਹਨਾਂ ਨੂੰ ਆਪਣੇ ਟਰੂਪਸ ਇੱਥੇ ਘੱਲ, ਜੇ ਤੂੰ ਨਹੀਂ ਘੱਲੇ ਤਾਂ ਜਿਹੜੀ ਇਹ ਧਰਤੀ ਆ ਇਹ ਨਹੀਂ ਬਚਣੀ।
ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਚਿੱਠੀਆਂ ਆ ਜਿਹੜੀਆਂ ਮੈਂ ਤੁਹਾਨੂੰ ਉਹਨਾਂ ਦੀਆਂ ਪਿਕਚਰਾਂ ਮੈਂ ਤੁਹਾਨੂੰ WhatsApp ਦੇ ਉੱਤੇ ਘੱਲ ਦਊਂਗਾ। ਸੋ ਉਹ ਤੁਸੀਂ ਪੜ੍ਹ ਕੇ ਦੇਖਿਓ ਕਿ ਜਰੂਸਲਮ ਦੇ ਰਾਜੇ ਨੇ ਵੀ ਲਿਖੀਆਂ, ਕਿਉਂਕਿ ਇੱਥੇ ਜਰੂਸਲਮ ਦਾ ਜਿਹੜਾ ਰਾਜਾ ਉਹਨਾਂ ਸਾਰਿਆਂ ਨੂੰ ਇਕੱਠੇ ਕਰਦਾ ਪਿਆ। ਸੋ ਬੇਸਿਕਲੀ ਅਸੀਂ ਚਿੱਠੀਆਂ ਦੇ ਵਿੱਚ ਇੱਕੋ ਚੀਜ਼ ਬਾਰ-ਬਾਰ ਪੜ੍ਹਨੀ ਆ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਫੌਜ ਘੱਲ, ਜੇ ਸਾਨੂੰ ਆਪਣੀ ਫੌਜ ਨਹੀਂ ਘੱਲੀ ਤਾਂ ਅਸੀਂ ਇੱਥੇ ਨਹੀਂ ਬਚਣਾ। ਪਰ ਅਖੀਰ ਦੇ ਵਿੱਚ ਜਿਹੜੀ ਆਉਂਦੀ ਹੈਗੀ ਆ ਉਹ ਆਹ ਮੇਨ ਚੀਜ਼ ਆਉਂਦੀ ਆ ਕਿ ਇਸ ਵੇਲੇ ਕਨਾਨ ਦੇ ਇਲਾਕੇ ਦੇ ਵਿੱਚ ਬਹੁਤ ਬੁਰੀ ਹਾਲਤ ਆ, ਕਿਉਂਕਿ ਇੱਥੇ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਹਬੀਰੂ ਕਹਿੰਦੇ ਆ, ਹਬੀਰੂ ਮਤਲਬ ਹੀਬਰੂ, ਜਿਹੜੀ ਇਹਨਾਂ ਦੀ ਬੋਲੀ ਸੀਗੀ ਔਰ ਇਸ ਆਪਣੀ ਬੋਲੀ ਤੋਂ ਵੀ ਜਾਣੇ ਜਾਂਦੇ ਸੀ। ਅੱਜ ਵੀ ਜਿਹੜੇ ਯਹੂਦੀ ਲੋਕ ਆ ਉਹ ਹੀਬਰੂ ਬੋਲਦੇ ਆ। ਸਾਡੀ ਜਿਹੜੀ ਪੁਰਾਣਾ ਨਿਯਮ ਆ ਉਹ ਸਾਰੇ ਦਾ ਸਾਰਾ ਹੀਬਰੂ ਦੇ ਵਿੱਚ ਲਿਖਿਆ ਗਿਆ। ਜਿਹੜੀ ਸਾਡੇ ਕੋਲ ਜਿਹੜੀ ਪੁਸਤਕ ਆ ਇਬਰਾਨੀਆਂ ਨੂੰ, ਉਹ ਵੀ ਹੀਬਰੂ ਦੇ ਵਿੱਚ ਲਿਖੀ ਗਈ ਆ। ਸੋ ਉਹਨਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਆ। ਸੋ ਇਸ ਕਰਕੇ ਤੂੰ ਆਪਣੀਆਂ ਫੌਜਾਂ ਕੱਲ, ਇਸ ਕਰਕੇ ਤੂੰ ਆਪਣੇ ਜਿਹੜੇ ਤੇਰੇ ਆਰਚਰ ਆ, ਜਿਹੜੇ ਤੇਰੇ ਤੀਰ ਕਮਾਨ ਚਲਾਉਣ ਵਾਲੇ ਆ, ਉਹਨਾਂ ਨੂੰ ਕੱਲ ਔਰ ਸਾਡੀ ਮਦਦ ਕਰ। ਔਰ ਏਦਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆ ਜਿਹੜੀਆਂ ਕਿ ਅਸੀਂ ਦੇਖ ਸਕਦੇ ਹਾਂ, ਜਿਨ੍ਹਾਂ ਦੇ ਲਈ ਇਹਨਾਂ ਲੋਕਾਂ ਨੇ ਇਹ ਲੋਕ ਜਿਸ ਤਰ੍ਹਾਂ ਬੇਸਿਕਲੀ ਮਿਹਨਤਾਂ ਕਰਦੇ ਪਏ ਆ ਕਿ ਅਗਰ ਤੂੰ ਇਹ ਨਹੀਂ ਕੱਲੇ। ਸੋ ਅਸੀਂ ਆਹ ਦੇਖਦੇ ਪਏ ਆ, ਇੱਥੇ ਦੇਖਦੇ ਪਏ ਆ ਕਿ ਜਿਹੜੇ ਇਬਰਾਨੀਓ ਇਸ ਵੇਲੇ ਜਰੂਸਲਮ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰ ਆ। ਇਸੇ ਤਰ੍ਹਾਂ ਅਸੀਂ ਆਹ ਰਿਬ ਹਦਾਦਾ ਜਿਹੜਾ ਇਲਾਕਾ ਆ, ਉੱਥੇ ਦਾ ਜਿਹੜਾ ਮੇਅਰ ਆ ਉਹ ਕਰ ਰਿਹਾ ਜੇ ਤੂੰ ਆਪਣੇ ਆਰਚਰ ਨਹੀਂ ਕੱਲੇ ਤਾਂ ਜਿਹੜੇ ਇਬਰਾਨੀ ਆ ਇਹਨਾਂ ਨੇ ਸਾਰੀ ਧਰਤੀ ਦੇ ਉੱਤੇ ਕਬਜ਼ਾ ਕਰ ਲੈਣਾ। ਇਸੇ ਤਰ੍ਹਾਂ ਅਸੀਂ ਬਾਰ-ਬਾਰ ਜਿੱਦਾਂ ਪੜ੍ਹਦੇ ਹੈਗੇ ਆ ਫਰਮ ਅਬੀ ਮਿਲਕੂ ਜਿਹੜਾ ਰਾਜਾ ਜਿਹੜਾ ਤਿਆਰ ਦਾ ਰਾਜਾ, ਅਸੀਂ ਗਾਂ ਜਾ ਕੇ ਪੜ੍ਹਨਾ, ਸਿਦੋਨ ਦਾ ਰਾਜਾ ਆ, ਹਜ਼ੋਰ ਦਾ ਰਾਜਾ, ਉਹ ਵੀ ਇਬਰਾਨੀਆਂ ਦੇ ਬਾਰੇ ਲਿਖਦਾ ਪਿਆ। ਸੋ ਇਹ ਜਿਹੜੀਆਂ ਚਿੱਠੀਆਂ ਆ, ਲੇਕਿਨ ਕਿਉਂਕਿ ਇਸ ਰਾਜੇ ਨੇ ਇਹ ਚੀਜ਼ ਦੇਖ ਲਈ ਸੀਗੀ, ਆਹ ਅਖਨਿਆਤਨ ਇਹਨੇ ਇਹ ਚੀਜ਼ ਦੇਖ ਲਈ ਸੀਗੀ ਕਿ ਮੇਰੇ ਬਾਬੇ ਦਾ ਕੀ ਹਾਲ ਕੀਤਾ ਸੀ ਇਹਨਾਂ ਨੇ ਜਦੋਂ ਇੱਥੋਂ ਗਏ ਸੀ, ਕਿਸ ਤਰ੍ਹਾਂ ਉਹ ਫੌਜਾਂ ਲੈ ਕੇ ਗਿਆ ਸੀ ਤਾਂ ਸਿਰ ਲਮਕਾ ਕੇ ਘਰ ਨੂੰ ਆ ਗਿਆ ਸੀ। ਔਰ ਉਸਦੇ ਨਾਲ ਸਵਾਏ ਇੱਕ ਉਹਦਾ ਘੋੜਾ, ਜਿਹੜਾ ਘੋੜਾ ਗੱਡੀ ਚਲਾਉਣ ਵਾਲਾ ਸੀਗਾ, ਉੱਥੋਂ ਸਵਾਏ ਉਹਦੇ ਨਾਲ ਹੋਰ ਕੋਈ ਨਹੀਂ ਆਇਆ। ਉਹਨੇ ਦੇਖ ਲਿਆ ਸੀਗਾ ਕਿ ਕਿਸ ਤਰ੍ਹਾਂ ਇਹ ਸਾਰੀ ਜਿਹੜੀ ਪੂਜਾ ਪਾਜਾ ਅਸੀਂ ਕਰਕੇ ਦੇਖ ਲਈ ਸੀਗੀ ਔਰ ਸਾਨੂੰ ਕੁਛ ਨਹੀਂ ਮਿਲਿਆ, ਸਾਡੇ ਦੇਵਤਿਆਂ ਨੇ ਕੱਖ ਨਹੀਂ ਕੀਤਾ। ਉਹਦੇ ਅੰਦਰ ਤੱਕ ਇਹ ਚੀਜ਼ ਜਿਹੜੀ ਸੀਗੀ ਉਹ ਤੁਸੀਂ ਇਹ ਕਹਿ ਲਓ ਕਿ ਉਹਦੇ ਅੰਦਰ ਤੱਕ ਇਹ ਚੀਜ਼ ਰਾਜ ਕਰ ਗਈ ਸੀ। ਔਰ ਇਸ ਕਰਕੇ ਉਹਨੇ ਸਾਰੇ ਦੇਵੀ ਦੇਵਤਿਆਂ ਦੇ ਮੰਦਿਰ ਬੰਦ ਕਰਵਾਤੇ ਸੀਗੇ, ਉਹਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ, ਸਾਰੇ ਦੇ ਸਾਰੇ ਜਿਹੜੇ ਪੁਜਾਰੀ ਸੀਗੇ ਉਹਨਾਂ ਨੂੰ ਦੌੜਾਤਾ ਸੀਗਾ। ਔਰ ਉਸਨੇ ਇਹ ਸੂਰਜ ਦੇਵਤਾ, ਜਿਹੜਾ ਇੱਕੋ ਹੀ ਦੇਵਤਾ, ਜੋ ਕਹਿੰਦਾ ਸੀ ਵੀ ਇੱਕੋ ਹੀ ਦੇਵਤਾ ਸੂਰਜ ਦੇਵਤਾ, ਜਿਹੜਾ ਸਵੇਰ ਨੂੰ ਚੜ੍ਹਦਾ, ਜਿਹਦੇ ਤੋਂ ਸਾਨੂੰ ਸਭ ਕੁਝ ਮਿਲਦਾ, ਜਿਸ ਦੀਆਂ ਕਿਰਨਾਂ ਦੇ ਕਰਕੇ ਸਾਨੂੰ ਹਰ ਸਵੇਰ ਨੂੰ ਜਿਹੜਾ ਚਾਨਣ ਮਿਲਦਾ, ਔਰ ਜਿਸ ਲਈ ਉਹ ਡੁੱਬ ਜਾਂਦਾ ਤੇ ਉਸ ਲਈ ਹਨੇਰਾ ਹੋ ਜਾਂਦਾ, ਫਿਰ ਅਗਲੇ ਦਿਨ ਉਹ ਨਵਾਂ ਦਿਨ ਸਾਡੇ ਲਈ ਲੈ ਕੇ ਆਉਂਦਾ। ਸੋ ਇਸ ਗੁੱਡ ਰੀਡਿੰਗ ਜਿਹੜੀ ਅਗਰ ਤੁਸੀਂ ਕਰਨੀ ਮੰਗੋ ਤਾਂ ਇਹਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲੇਗਾ ਕਿ ਜਿਸ ਤਰ੍ਹਾਂ ਕਿ ਇੱਕ ਥੱਕੇ ਟੁੱਟੇ ਹੋਏ ਬੰਦੇ ਦਾ ਜਿਸ ਨੂੰ ਇੰਨਾ ਪਤਾ ਕਿ ਜਿਹੜੇ ਸਾਡੇ ਦੇਵੀ ਦੇਵਤੇ ਉਹ ਕਿਸੇ ਕੰਮ ਦੇ। ਸੋ ਇਸ ਕਰਕੇ ਇਹਨੇ ਉਹਨਾਂ ਖਤਾਂ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਜਿਹੜੀ KV 55 ਜਿੱਥੇ ਇਸ ਨੂੰ ਦਫਨਾਇਆ ਗਿਆ ਸੀਗਾ, ਉਸਦੇ ਵਿੱਚੋਂ ਉਹ ਸਾਰੀ ਦੀਆਂ ਸਾਰੇ ਖਤ ਮਿਲੇ ਆ। ਉਹ ਸਾਰੇ ਦੇ ਸਾਰੇ ਜਿਹੜੀਆਂ ਕਲੇ ਦੀਆਂ ਬਣੀਆਂ ਚੀਜ਼ਾਂ ਆ ਉਹ ਸਾਰੀਆਂ ਉਹਨਾਂ ਨੂੰ ਮਿਲੀਆਂ। ਸੋ ਕੱਲ ਨੂੰ ਆਪਾਂ, ਅੱਜ ਮੈਨੂੰ ਥੋੜਾ ਅਰਲੀ ਜਾਣਾ ਪੈਣਾ, ਕੱਲ ਨੂੰ ਆਪਾਂ ਜਿਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚ ਆਵਾਂਗੇ ਤੇ ਕੱਲ ਨੂੰ ਆਪਾਂ ਇਹਨਾਂ ਨੂੰ ਥੋੜਾ ਦੇਖਾਂਗੇ। ਲੇਕਿਨ ਅਸੀਂ ਇਹ ਵੀ ਦੇਖਾਂਗੇ ਕਿ ਜਿਸ ਲਈ ਅਸੀਂ ਇਸ ਹਿੱਸੇ ਦੇ ਵਿੱਚ ਪਹੁੰਚ ਗਏ ਆ ਔਰ ਜਿਸ ਦਿਨ ਇਹ ਜੰਗ ਹੋਣੀ ਆ ਉਸੇ ਦਿਨ ਜਿਹੜਾ ਮਹਾਭਾਰਤ ਦੀ ਜਿਹੜੀ ਜੰਗ ਆ ਉਹਦਾ 14ਵਾਂ ਦਿਨ। ਔਰ ਜਿੱਦਾਂ ਇੱਥੇ ਦਿਨ ਲੰਬਾ ਆ ਉਦਾਂ ਹੀ ਉੱਥੇ ਦਿਨ ਲੰਬਾ ਆ। ਲੇਕਿਨ ਦੋਨਾਂ ਜੰਗਾਂ ਦੇ ਵਿੱਚ ਇੱਕ ਫਰਕ ਆ ਔਰ ਉਹ ਕੱਲ ਨੂੰ ਅਸੀਂ ਉਹ ਫਰਕ ਦੇਖਾਂਗੇ। ਕੱਲ ਨੂੰ ਅਸੀਂ ਉਹ ਫਰਕ ਦੇਖਾਂਗੇ। ਇੱਕ ਪਾਸੇ ਦਇਆ ਆ,
ਦੂਸਰੇ ਪਾਸੇ ਰਿਵੈਂਜ, ਬਦਲਾ ਲੈ ਰਹੇ, ਭਰਾ ਤੋਂ ਬਦਲਾ ਲੈ ਰਿਹਾ। ਔਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇਖਾਂਗੇ ਜਿਹੜਾ ਦੋਨਾਂ ਨੂੰ ਅਲੱਗ-ਅਲੱਗ ਕਰਦਾ, ਕਿਉਂਕਿ ਜਿਹੜੇ ਸਾਡੇ ਵਿੱਚ ਬਹੁਤ ਸਾਰੇ ਗੋਰੇ ਹਰੇ ਕ੍ਰਿਸ਼ਨਾ ਹਰੇ ਰਾਮਾ ਦੇ ਨਾਲ ਜਿਹੜੇ ਜੁੜੇ ਹੋ ਆ, ਉਹ ਇਸ ਹਿੱਸੇ ਨੂੰ ਬਹੁਤ ਲੈਂਦੇ ਆ, ਇਸ ਹਿੱਸੇ ਨੂੰ ਲੈ ਕੇ ਦੱਸਦੇ ਆ ਕਿ ਕ੍ਰਿਸ਼ਨ ਨੇ ਸਾਰਾ ਕੁਝ ਕੀਤਾ। ਲੇਕਿਨ ਫਰਕ ਇਹ ਹੈ ਕਿ ਕ੍ਰਿਸ਼ਨ ਨੇ ਕਿਉਂ ਕੀਤਾ ਤੇ ਪ੍ਰਭੂ ਨੇ ਇਹ ਕਿਉਂ ਕੀਤਾ, ਬਹੁਤ ਫਰਕ ਆ। ਸੋ ਕੱਲ ਨੂੰ ਅਸੀਂ ਉਸ ਫਰਕ ਨੂੰ ਦੇਖਾਂਗੇ। ਆਓ ਦੁਆ ਕਰੀਏ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਕਿ ਤੂੰ ਅੱਜ ਸਾਨੂੰ ਆਪਣੇ ਵਚਨ ਦੇ ਵਿੱਚੋਂ ਬਹੁਤ ਕੁਝ ਦਿਖਾਇਆ ਖੁਦਾਵੰਦ। ਅਸੀਂ ਦੇਖਿਆ ਖੁਦਾਵੰਦ ਤੇਰੀਆਂ ਲੋਕਾਂ ਦੇ ਵਿੱਚ ਤੇਰੇ ਵਰਗੀ ਦਇਆ ਆ। ਉਹਨਾਂ ਨੂੰ ਖੁਸ਼ੀ ਹੋਈ ਜਦ ਪ੍ਰਭੂ ਜੀ ਈਵਨ ਚਲਾਕੀ ਦੇ ਨਾਲ ਆ ਕੇ ਕਿਸੇ ਨੇ ਕਿਹਾ ਕਿ ਅਸੀਂ ਤੁਹਾਡੇ ਪ੍ਰਭੂ ਪਰਮੇਸ਼ਰ ਦੇ ਬਾਰੇ ਸੁਣਿਆ, ਸੋ ਸਾਨੂੰ ਪਤਾ ਲੱਗਾ ਕਿ ਤੁਹਾਡਾ ਇਹ ਪ੍ਰਭੂ ਪਰਮੇਸ਼ਰ ਜਿਉਂਦਾ, ਉਹ ਤੁਹਾਨੂੰ ਕਿਸ ਤਰ੍ਹਾਂ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ, ਤੁਹਾਨੂੰ ਕਿਸ ਤਰ੍ਹਾਂ ਜਿੱਤਾਂ ਦਿੱਤੀਆਂ। ਸੋ ਅਸੀਂ ਇਸ ਕਰਕੇ ਤੁਹਾਡੇ ਪ੍ਰਭੂ ਦੇ ਕੋਲ ਆਈਆਂ। ਪਰ ਪਿਆਰੇ ਪ੍ਰਭੂ, ਉਹਨਾਂ ਦੇ ਦਿਲ ਇੰਨੇ ਖੁਸ਼ੀ ਦੇ ਨਾਲ ਭਰ ਗਏ ਕਿ ਉਹਨਾਂ ਨੇ ਉਹਨਾਂ ਨੂੰ ਬਾਹਾਂ ਖਿਲਾਰ ਕੇ ਸਵੀਕਾਰ ਕੀਤਾ। ਇਹ ਨਹੀਂ ਜਾਣਿਆ ਕਿ ਉਹਨਾਂ ਦੇ ਅੰਦਰ ਕਪਟ ਸੀ, ਲੇਕਿਨ ਪ੍ਰਭੂ ਜੀ ਉਹਨਾਂ ਨੇ ਫਿਰ ਵੀ ਮਾਫ ਕੀਤਾ। ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ। ਅਗਰ ਇਹ ਹਿੱਸਾ ਨਾ ਹੁੰਦਾ ਵਚਨ ਦੇ ਵਿੱਚ ਤੇ ਅਸੀਂ ਤੇਰਿਆਂ ਲੋਕਾਂ ਨੂੰ ਕਾਤਲ ਕਹਿਣਾ ਸੀ, ਬੱਚਿਆਂ ਦੇ ਕਾਤਲ ਕਹਿਣਾ ਸੀ। ਇਸ ਹਿੱਸੇ ਨੇ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ, ਸਾਰੀਆਂ ਚੀਜ਼ਾਂ ਪ੍ਰਭੂ ਜੀ ਬਦਲ ਦਿੱਤੀਆਂ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ। ਸਾਡੇ ਮਨ ਨੂੰ ਐਸੀ ਦਇਆ ਦੇ ਨਾਲ ਭਰ ਕੇ ਅਸੀਂ ਵੀ ਦਇਆ ਵਾਲਾ ਹਮੇਸ਼ਾ ਵਰਤਾਓ ਕਰੀਏ। ਪਿਆਰੇ ਪ੍ਰਭੂ, ਸਾਡੇ ਨਾਲ ਤੂੰ ਹੁਣ ਬਣਿਆ ਰਹੀਂ। ਤੇਰੀ ਹਜ਼ੂਰੀ, ਤੇਰਾ ਰਹਿਮ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣੀ ਰਹੇ। ਪਿਆਰੇ ਬਾਪ, ਸਾਨੂੰ ਤੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖਣਾ ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ ਜਦ ਤੱਕ ਅਸੀਂ ਦੁਆਰਾ ਮਿਲੀਏ। ਪ੍ਰਭੂ ਜੀ, ਤੇਰੀ ਕਿਰਪਾ, ਤੇਰੀ ਸਾਂਭ ਸੰਭਾਲ ਸਾਡੇ ਨਾਲ ਬਣੀ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਕੱਲ ਨੂੰ ਆਪਾਂ